ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਕਹੀ ਜਾ ਸਕਦੀ ਹੈ ਕਿ ਆਪਾਂ ਸਾਰਿਆਂ ਨੂੰ ਗਰੀਬ ਨਿਵਾਜ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਸਭ ਤੇ ਉਤਮ ਹਰ ਕੀ ਕਥਾ, ਇਦੋਂ ਵੱਡਾ ਹੋਰ ਕੋਈ ਸੰਸਾਰ ਵਿੱਚ ਸ੍ਰੇਸ਼ਟ ਕਰਮ ਨਹੀਂ ਹੈ ਕਿ ਜਿਸ ਗੁਰੂ ਸਾਹਿਬਾਨ ਨੇ ਪਾਵਨ ਅੰਮ੍ਰਿਤ ਬਾਣੀ ਜਪਜੀ ਸਾਹਿਬ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪ੍ਰਥਮ ਬਾਣੀ ਹੈ ਔਰ ਸਤਿਗੁਰੂ ਉਚਾਰਨ ਕਰਨ ਵਾਲੇ ਗਰੀਬ ਨਿਵਾਜ ਕਿ ਜੋ ਪੁਰਾਤਨ ਸਮੇਂ ਦੇ ਵਿੱਚ ਤ੍ਰੇਤੇ ਦੁਆਪਰ ਦੇ ਵਿੱਚ ਅਵਤਾਰ ਹੋਏ, ਉਹਨਾਂ ਅਵਤਾਰਾਂ ਦੇ ਨਾਲੋਂ ਕੀ ਵਿਸ਼ੇਸ਼ਤਾ ਸੀ ਗੁਰੂ ਸਾਹਿਬ ਦੀ, ਇਹ ਵਿਚਾਰ ਕੱਲ ਹੋ ਗਈ ਹੈ। ਹੁਣ ਇਸ ਤੋਂ ਅੱਗੇ ਕਿ ਜੋ ਸਤਿਗੁਰੂ ਮਹਾਰਾਜ ਸਾਹਿਬ ਦੇ ਦਰ ਘਰ ਦੀਆਂ ਸੰਪਰਦਾਵਾਂ ਅਰਥ ਪ੍ਰਣਾਲੀਆਂ ਜਿਹੜੀਆਂ ਨੇ ਇਹ ਚੱਲੀਆਂ ਨੇ, ਪੰਥ ਖਾਲਸੇ ਵਿੱਚ ਇਹ ਅਰਥ ਕਦੋਂ ਤੇ ਕਿੱਥੋਂ ਆਰੰਭ ਹੋਏ, ਇਹ ਪ੍ਰਥਾ ਕਿਸ ਨੇ ਚਲਾਈ ਔਰ ਕਥਾ ਸਭ ਤੋਂ ਪਹਿਲਾਂ ਕਿਸ ਥਾਂ ਤੇ ਹੋਈ, ਜਿੱਥੋਂ ਇਹ ਕਥਾ ਦਾ ਸੋਮਾ ਤੇ ਕਿਵੇਂ ਗੁਰੂ ਦੀ ਰਸਨਾ ਤੋਂ ਫੁੱਟਿਆ ਹੈ। ਅੱਗੇ ਟੁੱਟਵੇਂ ਸ਼ਬਦਾਂ ਦੀਆਂ ਕਥਾ ਹੋ ਜਾਂਦੀਆਂ ਸੀ, ਅਲੱਗ-ਅਲੱਗ ਬਾਣੀਆਂ ਦੀਆਂ ਕਥਾ ਗੁਰੂ ਸੇ ਕਰ ਲੈਂਦੇ ਸੀ ਆਦਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਪਰ ਇਹ ਸੰਪੂਰਨ ਲੜੀਵਾਰ ਕਥਾ ਦੀ ਪਰੰਪਰਾ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਵੇਂ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ, ਉਹਦੀ ਥੋੜਾ ਜਿਹਾ ਪਿਛੋਕੜ ਇਤਿਹਾਸ ਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ, ਸੁੰਦਰ ਰਮਣੀਕ ਜਗ੍ਹਾ ਅਨੰਦਪੁਰੀ, ਆਨੰਦਾਂ ਦੀ ਪੁਰੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਥਾਂ ਤੇ ਬਿਰਾਜਮਾਨ ਸੀ। ਤੇ ਹੋਲੇ ਮਹੱਲੇ ਦਾ ਜਿਹੜਾ ਤਿਉਹਾਰ ਹੈ, ਇਹ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਹੁੰਦਿਆਂ ਹੀ ਇਸ ਦੀ ਮਰਿਆਦਾ ਬੰਨੀ। ਲੋਕ ਹੋਲੀਆਂ ਖੇਡਦੇ ਸਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਮਹੱਲਾ ਖੇਡਣਾ ਸ਼ੁਰੂ ਕੀਤਾ ਤੇ ਗਰੀਬ ਨਿਵਾਜ ਸਤਿਗੁਰੂ ਅਨੰਦਪੁਰ ਸਾਹਿਬ ਬਿਰਾਜਮਾਨ ਸਨ ਤੇ ਅੰਮ੍ਰਿਤ ਵੇਲੇ ਸਿੱਖਾਂ ਦਾ ਜਿਹੜਾ ਨਿਤਨੇਮ ਸੀ, ਪੰਜੇ ਬਾਣੀਆਂ ਦਾ ਨਿਤਨੇਮ ਕਰਨਾ, ਉਸ ਤੋਂ ਉਪਰੰਤ ਪੁਰਾਣੇ ਸਮੇਂ ਦੇ ਅੰਦਰ ਗੁਰੂ ਕਾਲ ਦੇ ਵਿੱਚ, ਬਲਕਿ ਹੁਣ ਵੀ ਬਹੁਤ ਸਾਰੀਆਂ ਸੰਪਰਦਾਵਾਂ 'ਚ ਹੈ, ਪੰਜੇ ਬਾਣੀਆਂ ਤੋਂ ਇਲਾਵਾ ਪੰਜ ਗ੍ਰੰਥੀ ਵਾਲੀਆਂ ਬਾਣੀਆਂ ਪੰਜ ਉਹ ਵੀ ਪੜ੍ਹਿਆ ਕਰਦੇ ਸੀ। ਜਪਜੀ ਸਾਹਿਬ ਤਾਂ ਚਲੋ ਪੰਜਾਂ ਬਾਣੀਆਂ 'ਚ ਆ ਗਿਆ, ਦੱਖਣੀ ਓਂਕਾਰ ਹੈ, ਸਿੱਧ ਗੋਸ਼ਟ ਹੈ, 52 ਅੱਖਰੀ ਹੈ, ਆਸਾ ਦੀ ਵਾਰ ਹੈ, ਤੇ ਇਉਂ ਇਹ ਸਾਰੀਆਂ ਬਾਣੀਆਂ ਜਿਹੜੀਆਂ 52 ਅੱਖਰੀ ਤੇ ਦੱਖਣੀ ਓਂਕਾਰ, ਸਾਰੀਆਂ ਜਿਹੜੀਆਂ ਬਾਣੀਆਂ ਪੰਜ ਗ੍ਰੰਥੀ ਸਾਰੀਆਂ ਜਿਹੜੀਆਂ ਭਾਈ ਮਨੀ ਸਿੰਘ ਸਾਹਿਬ ਨੇ ਲਿਖੀਆਂ, ਤੇ ਉਹ ਪੁਰਾਣੀ ਪ੍ਰਥਾ ਅਨੁਸਾਰ ਸਿੱਖ ਬਹੁਤ ਪ੍ਰੇਮ ਦੇ ਨਾਲ ਇਹ ਪਾਠ ਕਰ ਰਿਹਾ ਸੀ। ਤੇ ਕੁਦਰਤੀ ਉਹ ਸਿੱਖ ਉਹਨਾਂ ਕੁ ਨੇੜੇ ਬੈਠਾ ਸੀ ਜਿੱਥੇ ਆਵਾਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਥੋੜੀ ਥੋੜੀ ਆਵਾਜ਼ ਉਹਦੀ ਸੁਣਦੇ ਸੀ। ਤੇ ਉਹ ਗੁਰਸਿੱਖ ਨੇ ਬਹੁਤ ਪ੍ਰੇਮ ਦੇ ਵਿੱਚ ਨਿਮਗਨ ਹੋਇਆ। ਬਾਣੀ ਤਾਂ ਪ੍ਰੇਮ ਨਾਲ ਪੜ੍ਹਦਾ ਸੀ, ਪਰ ਸੰਥਿਆ ਨਹੀਂ ਸੀ ਹੋਈ, ਜਿੱਥੋਂ ਸੰਥਾ ਦੀ ਪ੍ਰਥਾ ਵੀ ਚੱਲਦੀ ਹੈ। ਤੇ ਉਸ ਨੇ ਪਾਠ ਕਰ ਦਿੱਤਾ, ਧਨ ਧਰਨੀ ਤਰ ਆਪ ਅਜੋਨੀ, ਤੋਲ ਬੋਲ ਸਚ ਪੂਰਾ, ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ। ਇਹ ਤਾਂ ਹੈ ਸੁੱਧ ਪਾਠ, ਕਹਿ ਜਾਣੇ ਗੁਰਸੂਰਾ। ਸੰਥਾ ਨਾ ਹੋਣ ਕਰਕੇ, ਅਰਥ ਦਾ ਬੋਧ ਨਾ ਹੋਣ ਕਰਕੇ ਉਹਨੇ ਪਾਠ ਕਰ ਦਿੱਤਾ, ਕਰਤੇ ਕੀ ਮਿਤ ਕਰਤਾ ਜਾਣੇ, ਕੇ ਜਾਣੇ ਗੁਰਸੂਰਾ। ਹੁਣ ਕੇ ਤੇ ਕੈ ਦੇ ਨਾਲ ਭਾਵੇਂ ਲਾਂ ਦਲਾਂ ਦਾ ਹੀ ਫਰਕ ਹੈ, ਪਰ ਅਰਥ ਵਿੱਚ ਜਿਵੇਂ ਸਮਾਨ ਦਾ ਫਰਕ ਹੈ। ਤੇ ਅਰਥ ਦੇ ਵਿੱਚ ਤਾਂ ਇਹ ਬਣਿਆ ਵੀ ਕਰਤੇ ਦੀ ਮਿਤ ਮਰਿਆਦਾ ਤੇ ਉਹ ਪਰਮੇਸ਼ਰ ਵਾਹਿਗੁਰੂ ਜਾਂ ਤਾਂ ਆਪ ਜਾਣਦਾ ਹੈ,
ਤੇ ਅਰਥ ਬਣਦਾ ਵੀ ਜਾਂ ਫਿਰ ਗੁਰੂ ਸੂਰਮਾ। ਗੁਰੂ ਨੂੰ ਸੂਰਮਾ ਤਾਂ ਕਿਹਾ ਹੈ, ਜਿਨ ਮਲ ਮਾਰੇ ਪੰਜ ਸੂਰਬੀਰ ਐ ਸੋ ਕੌਣ ਬਲੀ ਰੇ, ਜਿਨ ਪੰਜ ਮਾਰ ਵਿਦਾਰ ਗੁਦਾਰੇ ਸੋ ਪੂਰਾ ਹੈ ਕਲੀਰੇ। ਗੁਰੂ ਨੂੰ ਇਸ ਕਰਕੇ ਸੂਰਮਾ ਕਿਹਾ ਵੀ ਉਹਨੇ ਪੰਜਾਂ ਨੂੰ ਵਸ ਕੀਤਾ ਹੋਇਆ, ਵੀ ਜਾਂ ਤਾਂ ਗੁਰੂ ਸੂਰਮਾ ਜਾਣਦਾ ਹੈ ਜਾਂ ਪਰਮੇਸ਼ਰ ਜਾਣਦਾ। ਅਰਥ ਤਾਂ ਇਹ ਬਣਦਾ ਸੀ। ਉਹਨੇ ਕਰਤਾ ਕੇ ਜਾਣੇ ਗੁਰਸੂਰਾ। ਕੇ ਜਾਣੇ ਦਾ ਮਤਲਬ ਹੋਇਆ ਵੀ ਕਰਤੇ ਦੀ ਮਿਤ ਮਰਜ਼ਾਦਾ ਨੂੰ ਕਰਤਾ ਪੁਰਖ ਤਾਂ ਜਾਣਦਾ ਹੈ। ਗੁਰੂ ਸੂਰਮਾ ਕੀ ਜਾਣਦਾ? ਤੇ ਗੁਰੂ ਨੂੰ ਅਗਿਆਨੀ ਸਿੱਧ ਕਰ ਦਿੱਤਾ, ਗੁਰੂ ਦਾ ਅਣਜਾਣਪੁਣਾ ਸਿੱਧ ਕਰ ਦਿੱਤਾ। ਇਹ ਅਨਰਥ ਹੋ ਗਿਆ। ਹੁਣ ਇਹ ਗੱਲ ਤੇ ਗੁਰੂ ਸਾਹਿਬਾਨਾਂ ਦੀ, ਗੁਰੂ ਨਾਨਕ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਹੈ। ਗੁਰੂ ਨਾਨਕ ਦਾ ਨਿਰਾਦਰ ਸਮਝਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਮਹਾਰਾਜ ਸਾਹਿਬ ਨੇ ਆਵਾਜ਼ ਦਿੱਤੀ, ਸਿੱਖਾ ਬਾਣੀ ਸੁਧ ਪੜ੍ਹ, ਪਰ ਉਹ ਆਪਣੇ ਧਿਆਨ 'ਚ ਸੀ, ਉਸੇ ਤਰ੍ਹਾਂ ਪੜ੍ਹੀ ਗਿਆ। ਤੇ ਮੁੜ ਕੇ ਪੰਕਤੀ ਉਸੇ ਤਰ੍ਹਾਂ ਫੇਰ ਦੁਹਰਾਤੀ। ਇੱਕ ਵਾਰੀ ਥਿੜਕਿਆ ਬਾਣੀ, ਫੇਰ ਉਸੇ ਤਰ੍ਹਾਂ। ਮਹਾਰਾਜ ਸਾਹਿਬ ਦੀ ਗੱਲ ਨਾ ਸੁਣੀ। ਕੋਲ ਸੇਵਾਦਾਰ ਖੜਾ ਸੀ, ਮਹਾਰਾਜ ਨੇ ਇਸ਼ਾਰਾ ਕੀਤਾ, ਕਹਿੰਦੇ ਜਾ ਇਹਨੂੰ ਥੋੜੀ ਜਿਹੀ ਮੱਤ ਦੇ। ਉਹ ਸਿੰਘ ਨੇ ਮੱਤ ਦੇਣ ਦਾ ਅਰਥ ਆਪਣੇ ਢੰਗ ਦੇ ਨਾਲ ਉਸ ਤਰ੍ਹਾਂ ਕੱਢ ਲਿਆ ਤੇ ਉਹਨੇ ਜਾਂਦਿਆਂ ਹੀ ਵੀਰ ਰਸ ਦੇ ਵਿੱਚ ਆ ਕੇ ਤੇ ਉਹਦੇ ਚਪੇੜ ਮਾਰ ਦਿੱਤੀ। ਤੇ ਭਾਈ ਸੰਤੋਖ ਸਿੰਘ ਨੇ ਲਿਖਿਆ ਵੀ ਸੋਟੀਆਂ ਮਾਰੀਆਂ। ਇਹ ਤਾਂ ਚਲੋ ਅਲੱਗ ਹੈ ਵੀ ਲਸਟਕਾ ਲਿਖੀ ਹੋਈ ਹੈ ਉੱਥੇ। ਮਹਾਂਪੁਰਖ ਕਹਿੰਦੇ ਤਮਾਚਾ ਮਾਰਿਆ। ਸੰਪਰਦਾ ਦੇ ਵਿਦਵਾਨ, ਤਮਾਚੇ ਦਾ ਅਰਥ ਵੈਸੇ ਥੱਪੜੀ ਹੁੰਦਾ ਹੈ, ਪਰ ਤਮਾਚੇ ਦਾ ਅਰਥ ਧੱਫਾ ਵੀ ਹੁੰਦਾ ਹੈ। ਇਹ ਕੁਝ ਵੀ ਲਾਓ ਹੋਏ। ਪਰ ਇਹ ਇੱਕ ਗੱਲ ਬੜੀ ਉਸ ਵੇਲੇ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਨੇ ਕੈਸੀ ਕੁੱਟ-ਕੁੱਟ ਕੇ ਭਰ ਦਿੱਤੀ ਸੀ ਵੀ ਜਿਹਦੇ ਮਾਰ ਪਈ ਉਹਨੂੰ ਸਿੱਖ ਨੂੰ ਕ੍ਰੋਧ ਨਹੀਂ ਆਇਆ। ਇਹ ਇੱਕ ਗੱਲ ਦੇਖਣ ਵਾਲੀ ਹੈ। ਬਾਣੀ ਪੜ੍ਹਦਾ ਗਿਆ ਤੇ ਬਾਣੀ ਪੜ੍ਹਨ ਤੋਂ ਬਾਅਦ ਚ ਦੀਵਾਨ ਸਜਿਆ। ਦੀਵਾਨ ਦੇ ਵਿੱਚ ਮਹਾਰਾਜ ਸਾਹਿਬ ਜੀ ਵਿਰਾਜਮਾਨ ਹੋਏ। ਉਹ ਸਿੱਖ ਆ ਕੇ ਦੋਵੇਂ ਹੱਥ ਜੋੜ ਕੇ ਕਹਿੰਦਾ, ਗਰੀਬ ਨਵਾਜ਼ ਮੇਰੀ ਇੱਕ ਬੇਨਤੀ ਹੈ। ਮਹਾਰਾਜ ਕਹਿੰਦੇ, ਸਿੱਖਾ ਕੀ ਕਹਿਣਾ ਚਾਹੁੰਦਾ? ਕਹਿੰਦੇ, ਮਹਾਰਾਜ ਵੀ ਆਪ ਜੀ ਤਾਂ ਕਹਿੰਦੇ ਹੋ ਵੀ ਬਾਣੀ ਪੜ੍ਹਨ ਦੇ ਨਾਲ ਜਮਾਂ ਦੀਆਂ ਮਾਰਾਂ ਵੀ ਮੁੱਕ ਜਾਂਦੀਆਂ। ਮਹਾਰਾਜ ਕਹਿੰਦੇ, ਹਾਂ ਭਾਈ ਠੀਕ ਹੈ, ਜਮਾਂ ਦੀਆਂ ਮਾਰਾਂ ਬਾਣੀ ਪੜ੍ਹਨ ਵਾਲੇ ਨੂੰ ਨਹੀਂ ਪੈਂਦੀਆਂ। ਕਹਿੰਦਾ, ਮੈਨੂੰ ਤਾਂ ਐਸੇ ਲੋਕ 'ਚ ਪੈ ਗਈਆਂ। ਮਹਾਰਾਜ ਕਹਿੰਦੇ, ਕੀ ਹੋਇਆ? ਕਹਿੰਦੇ, ਜੀ ਉਹ ਸਿੱਖ ਇਸ਼ਾਰਾ ਕਰਕੇ ਉਹ ਕਹਿੰਦੇ, ਉਹ ਸਿੱਖ ਜਿਹੜਾ ਬੈਠਾ ਹੈ ਇਹਨੇ ਤਾਂ ਬਾਣੀ ਦੀ ਵੀ ਨਿਰਾਦਰ ਕਰ ਦਿੱਤਾ। ਮੇਰੇ ਮਹਾਰਾਜ ਬਾਣੀ ਪੜ੍ਹ ਦੇ ਇਸ ਨੇ ਮੈਨੂੰ ਕੁੱਟਿਆ, ਮਾਰਿਆ ਮੈਨੂੰ। ਮਹਾਰਾਜ ਸਾਹਿਬ ਜੀ ਵੀਰਸ ਕਹਿੰਦੇ, ਸਿੱਖਾ ਤੇਰੇ ਤਾਂ ਇੱਕ ਦੋ ਹੀ ਮਾਰ ਪਈ ਹੋਊਗੀ ਜੋ ਇਹਨੇ ਮਾਰਿਆ, ਤੱਫੇ ਮਾਰੇ ਨੇ ਇੱਕ ਦੋ। ਕਹਿੰਦੇ, ਤੂੰ ਮੇਰਾ ਅੰਗ ਹੀ ਤੋੜ ਕੇ ਰੱਖ ਦਿੱਤਾ, ਹੁਣ ਤੱਕ ਦਰਦ ਹੋ ਰਹੀ ਹੈ ਮੇਰੇ। ਤੇ ਸਾਰੀ ਸੰਗਤ ਵਾਹਿਗੁਰੂ 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 ਸੱਚੇ ਪਾਤਸ਼ਾਹ। ਤੁਹਾਡਾ ਅੰਗ ਕੋਈ ਦੁਸ਼ਮਣ ਤੋੜੇ ਉਹਦੀਆਂ ਜੜਾਂ ਪੁੱਟਣ ਤੇ ਹੀ ਜਾਂਦਾ ਹੈ ਖਾਲਸਾ। ਵੀ ਇਹ ਕਿਸ ਤਰ੍ਹਾਂ ਦਾ ਬਚਨ ਆਪ ਜੀ ਨੇ ਕਰਤਾ। ਕਹਿੰਦਾ, ਮਹਾਰਾਜ ਮੈਂ ਇਸ ਤਰ੍ਹਾਂ ਦੀ ਗਈ। ਉਹ ਸਿੱਖ ਰੋਣ ਲੱਗ ਗਿਆ। ਤੇ ਮਹਾਰਾਜ ਸਾਹਿਬ ਕਹਿੰਦੇ, ਜਿਹੜੀ ਬਾਣੀ ਹੈ ਇਹ ਸਾਡਾ ਆਪਣਾ ਰੂਪ ਹੈ। ਤੇ ਵੱਡੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਉੱਥੇ ਫਿਰ ਬਚਨ ਆਉਂਦਾ ਹੈ, ਕਹਿੰਦੇ, ਸਿੱਖੋ ਸੁਣੋ ਸੀਖ ਹੈ ਮੇਰੀ, ਮੇਰੀ ਇੱਕ ਸਿੱਖਿਆ ਸੁਣ ਲਓ। ਬਾਣੀ ਪੜੋ ਸੁਧ ਗੁਰ ਕੇਰੀ, ਪੜੇ ਮਹਾਤਮ ਲਹੇ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਬਾਣੀ ਸੁਧ ਪੜੋਗੇ ਤੁਸੀਂ ਲੋਕ ਪਰਲੋਕ ਦੇ ਚ ਨਿਹਾਲ ਹੋ ਜਾਓਗੇ। ਇਸ ਕਰਕੇ ਬਈ ਤੂੰ ਜਿਹੜਾ ਨਾ ਵੀ ਸ਼ਬਦ ਇਹ ਪੜ੍ਹਿਆ ਕਰਤੇ ਕਿਵੇਂ ਕਰਤਾ ਜਾਣੇ, ਕੇ ਜਾਣੇ ਗੁਰਸੂਰਾ। ਤੇ ਗੁਰੂ ਦੀ ਤਾਂ ਸਰਬਗਤ ਹੀ ਖਤਮ ਕਰਤੀ ਤਾਂ ਇਹ ਗੱਲ ਕਿ ਗੁਰੂ ਕੀ ਜਾਣਦਾ? ਗੁਰੂ ਤਾਂ ਅਣਜਾਣ ਅਗਿਆਨੀ ਸਿੱਧ ਹੋ ਗਿਆ। ਤਾਂ ਫਿਰ ਸਿਆਣੇ ਸਿੱਖਾਂ ਨੇ ਮੌਕਾ ਸਾਂਭਿਆ। ਬੜੇ ਬੜੇ ਬ੍ਰਹਮ ਗਿਆਨੀ ਤਤਵੇ ਤੇ ਬੈਠੇ ਸੰਗਤ ਕੇ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਇਹ ਕੋਈ ਚੋਜ ਆਪ ਜੀ ਦਾ ਸਾਰਿਆਂ ਦੇ ਭਲੇ ਵਾਸਤੇ ਹੋਇਆ ਹੈ, ਪਰ ਇਹ ਇਕੱਲੇ ਸਿੱਖ ਦੀ ਗਲਤੀ ਥੋੜੀ ਹੈ, ਤਾਂ ਸਾਡੀ ਸਾਰਿਆਂ ਦੀ ਹੋਈ ਹੈ। ਭਾਈ ਦਇਆ ਸਿੰਘ ਵਰਗੇ ਜਿਹੜੇ ਆਗੂ ਕਹਿੰਦੇ, ਮਹਾਰਾਜ ਇਹ ਗਲਤੀ ਇਸ ਕਰਕੇ ਹੋਈ ਹੈ ਵੀ ਸਿੱਖ ਨੂੰ ਬਾਣੀ ਦੇ ਅਰਥ ਦਾ ਨਹੀਂ ਸੀ ਪਤਾ, ਤੇ ਦੂਸਰੀ ਸੰਥਾ ਨਹੀਂ ਇਸ ਲਈ ਹੋਈ। ਮਾਰੇ ਕਹਿੰਦੇ, ਫਿਰ ਇਸੇ ਕਰਕੇ ਤੁਹਾਨੂੰ ਕਹੀਦਾ ਭਾਈ ਸੰਥਾ ਲੈ ਕੋ ਸੂਝਵਾਨ ਗੁਰਸਿੱਖਾਂ ਦੇ ਕੋਲ। ਕਹਿਣ ਲੱਗੇ, ਮਹਾਰਾਜ ਕਿਰਪਾ ਕਰਕੇ ਵੀ ਤੁਸੀਂ ਦੋਨੇ ਗੱਲਾਂ ਆਪ ਕਿਰਪਾ ਕਰੋ। ਤੁਸੀਂ ਆਪ ਦੱਸੋ ਵੀ ਬਾਣੀ ਦਾ ਵਿਸਰਾਮ ਕਿੱਥੇ ਹੈ, ਬਾਣੀ ਦਾ ਉਚਾਰਨ ਕਿਵੇਂ ਕਰਨਾ ਹੈ, ਤੇ ਫਿਰ ਉਹਦਾ ਅਰਥ ਕੀ ਹੈ।
ਮਹਾਰਾਜ ਕਹਿੰਦੇ ਵੀ ਜੋ ਤੁਹਾਡਾ ਇਹ ਗੁਰਮਤਾ ਹੈ, ਗੁਰੂ ਨੂੰ ਪ੍ਰਵਾਨ ਹੈ, ਪਰ ਸਿੰਘੋ ਇੱਕ ਐਸ ਵੇਲੇ ਬਹੁਤ ਵੱਡੀ ਚੁਣੌਤੀ ਹੈ ਆਪਣੇ ਸਾਰਿਆਂ ਦੇ ਸਾਹਮਣੇ ਵੀ ਦੁਸ਼ਮਣਾਂ ਦੇ ਘੇਰੇ ਪਏ ਹੋਏ ਨੇ ਤੇ ਜੰਗਾਂ ਯੁੱਧਾਂ ਦਾ ਇਸ ਵੇਲੇ ਮਾਹੌਲ ਬਣਿਆ ਹੋਇਆ ਵੀ ਇਸ ਵੇਲੇ ਤਾਂ ਐਸਾ ਨਹੀਂ ਹੋ ਸਕਦਾ। ਹਾਂ, ਇੱਕ ਗੱਲ ਹੈ ਵੀ ਤੁਹਾਡੇ ਨਾਲ ਮੇਰਾ ਵਾਅਦਾ ਰਿਹਾ, ਜਦੋਂ ਅਕਾਲ ਪੁਰਖ ਨੇ ਕਿਰਪਾ ਕੀਤੀ, ਜੰਗਾਂ ਯੁੱਧਾਂ ਤੋਂ ਆਪਾਂ ਸਾਰੇ ਵਿਹਲੇ ਹੋ ਗਏ, ਕੋਈ ਸਮਾਂ ਐਸਾ ਬਣਿਆ ਵੀ ਉਸ ਵੇਲੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਮੈਂ ਤੁਹਾਨੂੰ ਅਰਥਾਂ ਸਮੇਤ ਬਾਣੀ ਪੜ੍ਹਾਊਂਗਾ, ਤੁਹਾਨੂੰ ਆਪ ਦੱਸੂ ਵੀ ਇਸ ਦਾ ਉਚਾਰਨ ਕਿਵੇਂ ਕਰਨਾ। ਚਲੋ ਸਿੰਘਾਂ ਨੂੰ ਖੁਸ਼ੀ ਮਹਿਸੂਸ ਹੋਈ। ਸਮਾਂ ਲੰਘਿਆ 1761 ਬਿਕਰਮੀ ਸੰਮਤ ਤੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਸੀ 6 ਤੇ 7 ਪੋਹ ਦੀ ਰਾਤ ਨੂੰ ਛੱਡਿਆ, ਰਸਤੇ ਦੀਆਂ ਮੁਸੀਬਤਾਂ, ਚਮਕੌਰ ਸਾਹਿਬ ਦੇ ਜੰਗ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋਣੇ, ਮਾਛੀਵਾੜੇ ਜਾਣਾ, ਤੇ ਇਹ ਸਫ਼ਰ ਤੈਅ ਕਰਦੇ ਹੋਏ ਦੂਸਰੇ ਪਾਸੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਸਰਹੰਦ, ਜਿੱਥੇ ਆਪਾਂ ਜਿਹੜੀ ਧਰਤੀ 'ਚ ਬੈਠੇ ਹਾਂ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ। 5 ਦਿਨ ਦੇ ਵਿੱਚ 4 ਸਾਹਿਬਜ਼ਾਦੇ ਪੁੱਤਰਾਂ ਕੰਨੀ ਤੇ ਵਿਹੜਾ ਖਾਲੀ ਹੋ ਗਿਆ ਤੇ ਮਹਾਰਾਜ ਸਾਹਿਬ ਜੀ ਕੋਈ ਪਰਵਾਹ ਨਹੀਂ ਕੀਤੀ, ਮੁਕਤਸਰ ਸਾਹਿਬ ਦਾ ਜੰਗ ਲੜਿਆ ਤੇ ਦਮਦਮੇ ਸਾਹਿਬ ਮਹਾਰਾਜ ਸਾਹਿਬ ਜੀ ਦੀਨੇ ਕਾਂਗੜ ਉੱਥੇ ਸਾਰਾ ਪਾਣਾ ਇਹ ਵਰਤਾ ਕੇ ਜ਼ਫਰਨਾਮਾ ਲਿਖ ਕੇ, ਤੇ ਜਦੋਂ ਮਹਾਰਾਜ ਸਾਹਿਬ ਜੀ ਦਮਦਮਾ ਸਾਹਿਬ ਪਹੁੰਚੇ, ਭਾਈ ਡੱਲੇ ਨੇ ਬੜੀ ਸੇਵਾ ਕੀਤੀ। ਉੱਥੇ ਵਿਸਾਖੀ ਦਾ ਦਿਹਾੜਾ ਮਹਾਰਾਜ ਨੇ ਮਨਾਇਆ ਸੀ ਤੇ ਗਰੀਬ ਨਿਵਾਜ ਸਤਿਗੁਰੂ ਇਸ ਥਾਂ ਤੇ ਪਹੁੰਚ ਕੇ ਕਮਰ ਕੱਸਾ ਖੋਲ੍ਹਿਆ। ਦਮ ਲੈਣ ਤੋਂ ਦਮਦਮਾ ਸਾਹਿਬ ਅਸਥਾਨ ਉੱਚਾ, ਮਹਾਰਾਜ ਸਾਹਿਬ ਜੀ ਜਿੱਥੇ ਬੈਠੇ ਤਖਤ ਸਾਹਿਬ ਹੈ ਜਿਹੜਾ, ਤੇ ਉੱਥੇ ਮਹਾਰਾਜ ਸਾਹਿਬ ਗਰੀਬ ਨਿਵਾਜ, ਤੇ ਜਿਸ ਵੇਲੇ ਸਾਰਾ ਮਾਹੌਲ ਫਿਰ ਉਸ ਕਿਸਮ ਦਾ ਸੀ, ਜੰਗਾਂ ਯੁੱਧਾਂ ਤੋਂ ਵਿਹਲੇ ਹੋਣ ਦਾ, ਉੱਥੇ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਮਿਲੇ ਤੇ ਜਿੱਥੇ ਦੇਖ ਕੇ ਆਲੇ ਦੁਆਲੇ ਉਹਨਾਂ ਦੀ ਨਿਗਾਹ ਲੱਭ ਰਹੀ ਸੀ ਤੇ ਮਹਾਰਾਜ ਸਮਝ ਗਏ, ਕਹਿਣ ਲੱਗੇ, ਸੁੰਦਰ ਕੌਰ, ਸਾਹਿਬ ਕੌਰ, ਤੁਸੀਂ ਤੁਹਾਡੀਆਂ ਅੱਖਾਂ ਕੁਛ ਲੱਭਦੀਆਂ। ਦੋਨੇ ਮਾਤਾਵਾਂ ਨੇ ਕਿਹਾ, ਮਹਾਰਾਜ ਵੀ ਸਾਡੀਆਂ ਅੱਖਾਂ ਸਾਹਿਬਜ਼ਾਦਿਆਂ ਨੂੰ ਲੱਭਦੀਆਂ, ਸੱਸ ਮਾਂ ਨਹੀਂ ਦਿਖਦੀ, ਸਾਹਿਬਜ਼ਾਦੇ ਨਹੀਂ ਦਿਖਦੇ। ਮਹਾਰਾਜ ਕਹਿੰਦੇ ਉਹ ਭਾਣੇ ਦੇ ਅਨੁਸਾਰ ਜਿਹੜਾ ਕੁਛ ਹੋਇਆ ਵਜਨ ਕੀਤਾ, ਇਨ ਪੁੱਤਰਨ ਕੇ ਸੀਸ ਪਰਵਾਰ ਦੀਏ ਸੁਤਚਾਰ, 4 ਮੁਏ ਤਾਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇਸੇ ਸ਼ਬਦ ਨੂੰ ਜੀਵਤ ਕਈ ਹਜ਼ਾਰ ਵੀ ਚਲੋ ਪੜ੍ਹਦੇ ਹੈ, ਦੋਨੇ ਤਰ੍ਹਾਂ ਕਰਕੇ ਮਿਲਦੀ ਹੈ ਪ੍ਰਮਾਣ। ਤੇ ਬਾਅਦ ਦੇ ਵਿੱਚ ਸਾਧ ਸੰਗੀਤ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਉਸ ਥਾਂ ਤੇ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਇਹ ਵਾਅਦਾ ਕੀਤਾ ਸੀ ਅਨੰਦਪੁਰ ਸਾਹਿਬ, ਤੇ ਹੁਣ ਤਾਂ ਜੰਗਾਂ ਯੁੱਧਾਂ ਦਾ ਮਾਹੌਲ ਜਿਹੜਾ ਹੈ ਸ਼ਾਂਤ ਹੋ ਗਿਆ, ਹੁਣ ਕਿਰਪਾ ਕਰਕੇ ਬਾਣੀ ਪੜ੍ਹੋ। ਮਾਰੇ ਕਹਿੰਦੇ, ਹਾਂ ਭਾਈ, ਹੁਣ ਸਮਾਂ ਜਿਹੜਾ ਹੈ ਵੀ ਉਹ ਆਣ ਪਹੁੰਚਿਆ, ਅਕਾਲ ਪੁਰਖ ਦਾ ਐਸਾ ਹੀ ਹੁਕਮ ਹੈ, ਉਹਦੇ ਹੁਕਮ 'ਚ ਹੀ ਹੁੰਦਾ ਸਾਰਾ ਕੁਝ। ਹੁਕਮ ਅੰਦਰ ਸਭ ਕੋ, ਬਾਹਰ ਕੋ ਨਾ ਕੋ। ਤੁਸੀਂ ਇਸ ਤਰ੍ਹਾਂ ਕਰੋ ਵੀ ਨਾਲ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਆ ਜਾਏਗੀ, ਤੇ ਦੂਸਰਾ ਹੈ ਵੀ ਨਾਲੇ ਤੁਹਾਨੂੰ ਅਰਥ ਪੜ੍ਹਾਏ ਜਾਣਗੇ ਵੀ ਉਹ ਬੀੜ ਗੁਰੂ ਗ੍ਰੰਥ ਸਾਹਿਬ ਦੀ ਧੀਰਮਲ ਦੇ ਕੋਲ ਹੈ। ਤੁਸੀਂ ਕਰਤਾਰਪੁਰ ਜਾਓ, ਜਾ ਕੇ ਧੀਰਮਲ ਦੇ ਕੋਲੋਂ ਬੀੜ ਲੈ ਕੇ ਆਓ, ਮੇਰੇ ਵੱਲੋਂ ਬੇਨਤੀ ਕਰਦੇ। ਤੇ ਹੁਣ ਬਜ਼ੁਰਗਾਂ ਤੋਂ ਪਿੱਛੋਂ ਪੀੜ੍ਹੀ ਦਰ ਪੀੜ੍ਹੀ ਖਾਨਦਾਨ ਇੱਕੋ ਹੀ ਹੈ, ਤੇ ਮਹਾਰਾਜ ਸਾਹਿਬ ਨੇ 25 ਸਿੰਘ ਭੇਜੇ, ਤੇ ਕੁਝ ਅੱਜ ਦੇ ਜਿਹੜੇ ਵਿਦਵਾਨ ਜ਼ਿਆਦੇ ਸ਼ੰਕਾ ਕਰਨ ਵਾਲੇ ਤਰਕਸ਼ੀਲ ਬੁੱਧੀ ਹੈ ਜਿਨ੍ਹਾਂ ਦੀ, ਉਹ ਕਹਿੰਦੇ ਜੀ ਧੀਰਮਲ ਇੰਨੀ ਦੇਰ ਤੱਕ ਕਿਤੇ ਜਿਉਂਦਾ ਬੈਠਾ ਸੀ। ਸਾਧ ਸੰਗੀਤ ਤਾਰੀਖਾਂ ਜਿਹੜੀਆਂ ਨੇ ਉਹ ਤੁਸੀਂ ਕੋਈ ਵੀ ਵਿਦਵਾਨ ਉਹਦੇ ਜਨਮ ਤਰੀਕ ਕੱਢ ਲਓ ਕਿ ਜੰਮਿਆ ਕਦੋਂ ਸੀ, ਤੇ ਉਸ ਦੇ ਵੇਲੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜਿਆ ਉਹਦੀ ਉਮਰ 80 ਤੇ 81 ਸਾਲ ਦੀ ਬਣਦੀ ਹੈ। 100 ਸਾਲ ਦੇ ਬੁੱਢੇ ਤਾਂ ਹੁਣ ਵੀ ਜਿਉਂਦੇ ਬੈਠੇ ਨੇ। ਇਸ ਕਰਕੇ ਤਰਕ ਕਰਨ ਵਾਲੇ ਨੇ ਇਹ ਨਹੀਂ ਦੇਖਿਆ ਵੀ ਇਹਦਾ ਪਹਿਲਾਂ ਹਿਸਾਬ ਤਾਂ ਲਾ ਲੈ। ਕਹਿੰਦੇ ਜੀ ਉਸ ਵੇਲੇ ਧੀਰ ਮੱਲੀਏ ਕਿਹਾ ਕਰੋ ਵੀ ਉਹਨਾਂ ਦੇ ਪੁੱਤਰ ਪੋਤਰੇ ਹੋਣਗੇ, ਆਪ ਥੋੜੀ ਬੈਠਾ ਸੀ ਉਹ।
ਨਹੀਂ ਪਾਈ। ਗਲਤੀ ਹੈ ਇਹ। ਉਸ ਵੇਲੇ ਉਹਦੇ 80-81 ਵਰ੍ਹਿਆਂ ਦੀ ਉਮਰ ਸੀ ਤੇ ਖਾਲਸਾ ਪਹੁੰਚਿਆ, ਜਾ ਕੇ ਬੇਨਤੀ ਕੀਤੀ, ਕਿਉਂਕਿ ਫਿਰ ਵੀ ਗੁਰੂ ਕਾ ਖਾਨਦਾਨ ਸੀ। ਬਾਬਾ ਗੁਰਦਿੱਤਾ ਜੀ ਜਿਹੜੇ ਹੋਏ ਹੈ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸੀ, ਤੇ ਉਹਨਾਂ ਦੇ ਘਰ ਧੀਰਮਲ ਦਾ ਜਨਮ ਹੋਇਆ ਸੀ। ਤੇ ਛੋਟਿਆਂ ਦਾ ਨਾਮ ਗੁਰੂ ਹਰਰਾਏ ਸਾਹਿਬ ਜਿਹੜੇ ਗੁਰਤਾ ਗੱਦੀ ਦੇ ਮਾਲਕ ਹੋਏ, ਵੱਡੇ ਦਾ ਨਾਮ ਸੀ ਧੀਰਮਲ। ਇਸ ਕਰਕੇ ਗੁਰੂ ਕਾ ਖਾਨਦਾਨ ਹੀ ਸੀ। ਉਹਦੇ ਅੰਦਰ ਈਰਖਾ, ਦਵੈਸ਼। ਹੁਣ ਜਿਹੜੇ ਸ਼ਖਸ ਨੇ ਆਪਣੇ ਪਿਤਾ ਦੇ ਚੜ੍ਹਾਈ ਕਰਨ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਦਿੱਤਾ, ਆਪਣੇ ਦਾਦੇ ਨੂੰ, ਉਹ ਹੁਣ ਗਾਹਾਂ ਵਾਲੀ ਪੀੜ੍ਹੀ 'ਚ ਕਿੱਥੇ ਦੇਣ ਨੂੰ ਤਿਆਰ ਸੀ। ਜਦੋਂ ਬਾਬਾ ਗੁਰਦਿੱਤਾ ਜੀ ਚੜ੍ਹਾਈ ਕਰਿਆ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਜਵਾਬ ਉਦੋਂ ਵੀ ਦੇ ਦਿੱਤਾ ਸੀ ਗੁਰੂ ਨੂੰ। ਪੋਥੀਆਂ ਦੇ ਪਾਠ ਹੋਇਆ ਸੀ, ਫਿਰ ਪੋਥੀਆਂ ਹੈਗੀਆਂ ਸੀ ਸੰਚੀਆਂ, ਤੇ ਉਹ ਜਵਾਬ ਦੇਣਾ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਈ ਗੱਲਾਂ ਤੋਂ ਜਵਾਬ ਦਿੰਦੇ ਆ, ਪਰ ਉਹਨਾਂ ਨੂੰ ਨਾ ਜਵਾਬ ਦੇਣ ਦਾ ਤਰੀਕਾ ਇਹੋ ਜਿਹਾ ਹੁੰਦਾ ਹੈ ਵੀ ਦੂਸਰੇ ਦੇ ਦਿਲ ਨੂੰ ਦਿਖਾਉਂਦਾ ਨਹੀਂ। ਕੋਈ ਵਸਤੂ ਕਿਸੇ ਕੋਲ ਹੈ, ਜਵਾਬ ਦੇਣਾ ਇੱਕ ਅਲੱਗ ਬਾਤ ਹੈ, ਪਰ ਕੁਝ ਇਹੋ ਜਿਹੇ ਨੇ ਜਿਹੜੇ ਜਵਾਬ ਵੀ ਦਿੰਦੇ ਨਾਲ ਦਿਲ ਵੀ ਦੁਖੀ ਕਰ ਦਿੰਦੇ। ਧੀਰਮਲ ਨੇ ਨਾਲ ਦਿਲ ਦੁਖੀ ਕਰਨ ਵਾਲੀ ਗੱਲ ਕੀਤੀ। ਉਹ ਕਹਿੰਦਾ ਵੀ ਤੁਸੀਂ ਆਏ ਹੋ ਇੱਥੇ ਐਡੀ ਦੂਰ, ਕਹਿੰਦੇ ਹੋ ਵੀ ਸਾਬੋਂ ਕੀ ਤਲਮੰਡੀ ਤੋਂ ਆਏ ਹੋ, ਮਾਲਵੇ ਦੇ ਵਿੱਚੋਂ, ਤੇ ਦੁਆਬੇ ਦੇ ਵਿੱਚ ਪਹੁੰਚੋ ਕਰਤਾਰਪੁਰ। ਇਹ ਜਿਹੜਾ ਜਲੰਧਰ ਵਾਲਾ ਕਰਤਾਰਪੁਰ ਹੈ ਉਹ ਹੈ, ਇੱਕ ਤਾਂ ਹੈ ਨਾ ਜਿਹੜਾ ਦਰਿਆ ਰਾਵੀ ਦੇ ਕਿਨਾਰੇ ਪਾਕਿਸਤਾਨ 'ਚ ਹੈ। ਕਹਿੰਦੇ ਵੀ ਜਿਹੜੀ ਬਾਣੀ ਮੇਰੇ ਕੋਲ ਹੈ ਇਹ ਗੁਰੂਆਂ ਦੀ ਰਚੀ ਹੋਈ ਹੈ। ਹੁਣ ਗੁਰਤਾ ਗੱਦੀ ਤੇ ਬਹਿਣੀ ਸੌਖਾ ਹੈ ਵੀ ਇੱਕ ਪਾਸੇ ਤਾਂ ਕਹਿੰਦੇ ਗੁਰੂ ਗੋਬਿੰਦ ਸਿੰਘ ਗੁਰਤਾ ਗੱਦੀ ਦੇ ਮਾਲਕ ਨੇ, ਫਿਰ ਉਹਨਾਂ 'ਚ ਬਾਣੀ ਰਚਣ ਦੀ ਸਮਰੱਥਾ ਨਹੀਂ ਹੈਗੀ। ਇਸ ਕਰਕੇ ਇਹ ਖਜ਼ਾਨਾ ਵੱਡਿਆਂ ਦਾ ਮੈਂ ਨਹੀਂ ਦੇਣਾ। ਜੇ ਉਹ ਸਮਰੱਥਨ ਤਾਂ ਬਾਣੀ ਆਪਣੀ ਰਚ ਲੈਣ। ਹੁਣ ਇਹ ਗੱਲ ਦੁਖਦਾਈ, ਸਿੰਘਾਂ ਨੇ ਝਗੜਾ ਨਹੀਂ ਕੀਤਾ, ਧੀਰਜ ਰੱਖੀ, ਵਾਪਸ ਆ ਕੇ ਕਹਿੰਦੇ ਗਰੀਬ ਨਵਾਜ਼ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣਾ ਤਾਂ ਇੱਕ ਪਾਸੇ ਰਿਹਾ, ਤੇ ਉਹਨੇ ਤਾਂ ਨਾਲ ਤਰਕਾਂ ਮਾਰ ਦਿੱਤੀਆਂ। ਸਾਰਾ ਬਚਨ ਕਹਿ ਸੁਣਾਇਆ ਵੀ ਆਹ ਕਿਹਾ ਜੇ ਗੁਰੂ ਸਮਰੱਥ ਹੈ ਬਾਣੀ ਆਪ ਰਚ ਲਵੇ। ਤੇ ਮਹਾਰਾਜ ਸਾਹਿਬ ਨੇ ਜਿਹੜੀ ਵਿਚਾਰ ਕਰਕੇ ਭੇਜਿਆ ਸੀ, ਗੁਰੂ ਸਾਹਿਬ ਸਾਰੀ ਜ਼ਿੰਦਗੀ ਜਿਹੜੀਆਂ ਸ਼ਕਤੀਆਂ ਸੀ ਉਹਨਾਂ ਤੋਂ ਸੰਕੋਚ ਕਰਕੇ ਨਾ ਆਮ ਮਾਨਵ ਲੀਲਾ ਦੇ ਵਿੱਚ ਹੀ ਸਾਰੇ ਅਵਤਾਰ ਇਸ ਤਰ੍ਹਾਂ ਕਰਦੇ ਸੀ। ਕਿਤੇ ਕਿਤੇ ਲੋੜ ਪੈ ਗਈ ਤਾਂ ਇਹ ਸ਼ਕਤੀਆਂ ਦਿਖਾਈਆਂ ਵੀ। ਉਹ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਦੇ ਵਿੱਚ ਇਹ ਵਾਰਤਾ ਲਿਖੀ ਹੈ, ਅਰ ਧੀਰਮਲ ਦਾ ਫਿਰ ਨਾਲ ਲਿਖਿਆ। ਕਹਿੰਦੇ ਜੈ ਵਿਚਾਰ ਕਰ ਗੁਰੂ ਨੇ ਸਿੱਖ ਪਠੇ ਨਿਜ ਖਾਸ। ਜਿਹੜੇ ਖਾਸ ਸਿੱਖ ਸੀ ਉਹ ਭੇਜੇ ਸੀ, ਜਿਹੜੇ ਹੁਣ ਜਵਾਬ ਲੈ ਕੇ ਵਾਪਸ ਆ ਗਏ। ਜਬ ਬਹਿ ਪੁਰ ਕਰਤਾਰ ਮੈਂ ਗਏ ਧੀਰਮਲ ਪਾਸ। ਉਹ ਧੀਰਮਲ ਦੇ ਪਾਸ ਜਦੋਂ ਗਏ ਤਾਂ ਆਹ ਪਾਣਾ ਵਰਤ ਗਿਆ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਜੇ ਹੁਣ ਬਾਣੀ ਆਪਣੀ ਰਸਨਾ ਤੋਂ ਨਾ ਉਚਾਰਨ ਕੀਤੀ ਤਾਂ ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ। ਇੱਕ ਤਾਂ ਘਾਟਾ ਇਹ ਹੋਊਗਾ ਪੰਥ ਖਾਲਸੇ ਦੇ ਵਿੱਚ ਬਾਣੀ ਦਾ ਪ੍ਰਚਾਰ ਰੁਕ ਜਾਊ। ਦੂਸਰਾ ਇਹਨਾਂ ਸਿੱਖਾਂ ਦੇ ਵਿੱਚ ਇਹ ਸ਼ੰਕਾ ਕਿਤੇ ਨਾ ਕਿਤੇ ਨਿਸ਼ਰਦਕਪਣਾ ਪੈਦਾ ਕਰ ਦੂਗੀ। ਜਦੋਂ ਸਿੱਖ ਨੂੰ ਗੁਰੂ ਤੇ ਸ਼ੰਕਾ ਹੋ ਗਈ, ਨਿਸ਼ਰਦਕ ਹੋ ਗਿਆ, ਸਿੱਖ ਦੀ ਕਲਿਆਣ ਨਹੀਂ ਹੁੰਦੀ ਵੀ ਮੈਂ ਆਪਣੇ ਖਾਲਸੇ ਦੀ ਕਲਿਆਣ ਕਰਨੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਫਿਰ ਕਹਿੰਦੇ ਚੰਗਾ ਭਾਈ ਮਨੀ ਸਿੰਘ ਜੀ ਤੁਸੀਂ ਤਿਆਰ ਹੋ ਵੀ ਤੁਹਾਨੂੰ ਲਿਖਾਰੀ ਲਾਵਾਂਗੇ। ਉਹਨੇ ਹੱਥ ਜੋੜੇ, ਮਹਾਰਾਜ ਮੈਂ ਤਾਂ ਬੱਚਾ ਆਪ ਜੀ ਦਾ, ਵੀ ਮੈਂ ਕੰਮ ਦੇ ਯੋਗ ਨਹੀਂ। ਕਹਿੰਦੇ ਭਾਈ ਮਰਦਾਨਾ ਕਿਹੜਾ ਯੋਗ ਸੀ, ਰਬਾਬ ਉਹਨੂੰ ਵੀ ਤਾਂ ਆਪਣੇ ਆਪ ਆ ਗਈ ਸੀ ਵਜਾਉਣੀ। ਭਾਈ ਗੁਰਦਾਸ ਕਿਹੜਾ ਆਪ ਲਿਖ ਸਕਦਾ ਸੀ, ਉਹਨੂੰ ਦੀ ਵੀ ਕਲਮ ਤਾਂ ਚੱਲੀ ਹੈ, ਤੂੰ ਇਹ ਚਿੰਤਾ ਨਾ ਕਰ, ਗੁਰੂ ਨਾਨਕ ਕਿਰਪਾ ਕਰੂ। ਤੇ ਤਿਆਰੀ ਸਿੰਘਾਂ ਨੇ ਬਹੁਤ ਜਲਦੀ ਕਲਮਾਂ ਤਿਆਰ ਕੀਤੀਆਂ, ਕਾਗਜ਼ ਤਿਆਰ ਕੀਤੇ, ਤੇ ਉਹਨਾਂ ਕਾਗਜ਼ਾਂ ਦਾ ਸਹਿਜ ਇੱਕੋ ਜਿਹਾ ਬਣਾਇਆ। ਲਿਖਣ ਦੀ ਸਾਰੀ ਸਮੱਗਰੀ, ਗੁਰੂ ਦਾ ਹੁਕਮ ਹੋਣ ਦੀ ਦੇਰ ਸੀ, ਉੱਥੇ ਦੇਰ ਨਹੀਂ ਸੀ ਲੱਗਦੀ ਹੁੰਦੀ, ਫੁਰਤੀ ਹੁੰਦੀ ਸਿੰਘਾਂ ਦੇ ਵਿੱਚ। ਤੇ ਉਸ ਵੇਲੇ ਫਿਰ ਸਾਰੀ ਸੇ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਹੋ ਗਈ। ਤੇ ਗਰੀਬ ਨਵਾਜ਼ ਸਤਿਗੁਰੂ ਨੇ ਫਿਰ ਇਹ ਸਾਰਾ ਜਿਹੜਾ ਕਾਰਜ ਸੀ, ਉਦੋਂ 1762 ਬਿਕਰਮੀ ਸੰਮਤ ਸੀ ਤੇ ਕੱਤਕ ਸੁਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਜੀ ਦਾ ਸੀ ਗੁਰਪੁਰਬ। ਉਹ ਗੁਰਪੁਰਬ ਹੋਣ ਕਰਕੇ ਫਿਰ ਗੁਰੂ ਸਾਹਿਬ ਨੇ ਤੇ ਪਹਿਲਾਂ ਇੱਕ ਤਾਂ ਵੀ ਨਾਲੇ ਗੁਰੂ ਸਾਹਿਬ ਦੀ ਮਹਿਮਾ ਹੋ ਜਾਊਗੀ
ਤੇ ਦੂਸਰੀ ਵੀ ਜਪਜੀ ਸਾਹਿਬ ਦੀ ਜਿਹੜੀ ਅੱਗੇ ਉਥਾਨਕ ਆਊਗੀ ਨਾ, ਹਾਲ ਤਾਂ ਇਹ ਸੰਪਰਦਾਵਾਂ ਦੀ ਵਿਚਾਰ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਵਿਚਾਰ ਆ ਜਾਂਦੀ ਆ ਉਹ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹ ਕੱਤਕ ਸੁਦੀ ਪੂਰਨਮਾਸ਼ੀ ਗੁਰਪੁਰਬ ਮਨਾ ਕੇ ਉਸੇ ਦਿਨ ਕਥਾ ਆਰੰਭ ਕਰ ਦਿੱਤੀ, ਤੰਬੂ ਲਗਵਾ ਲਿਆ। ਮਹਾਰਾਜ ਕਹਿੰਦੇ ਭਾਈ ਐਂ ਦੱਸੋ ਵੀ ਪੱਕੇ ਤੌਰ ਤੇ ਜਿਹੜੇ ਸਿੰਘ ਹਾਜ਼ਰ ਰਹਿਣਗੇ, ਕਹਿੰਦੇ ਗੁਰੂ ਦੀਆਂ ਬਖਸ਼ਾਂ ਹੋ ਜਾਣਗੀਆਂ। ਵੀ ਤੁਸੀਂ ਨਿੱਤ ਦੀ ਹਾਜ਼ਰੀ ਵਾਲੇ ਜਿਹੜੇ ਸੀ ਉਹ ਸਾਧ ਸੀ, ਉਸ ਤਰ੍ਹਾਂ ਤਾਂ ਹਜ਼ਾਰਾਂ ਸੰਗਤਾਂ ਕਥਾ ਸੁਣਨ ਆਉਂਦੀਆਂ ਸੀ। ਮਾਲਵੇ ਦੇ ਪਿੰਡਾਂ ਚੋਂ ਵੀ ਲੋਕ ਆਉਂਦੇ ਸੀ ਕਥਾ ਸੁਣ। ਤੇ ਕੁਝ ਸੰਗਤਾਂ ਜਿਹੜੀਆਂ ਗੁਰੂ ਨੂੰ ਭੇਟਾ ਦੇਣ 2-4 ਦਿਨ ਰਹਿ ਗਈਆਂ, 10 ਦਿਨ ਰਹਿ ਗਈਆਂ, ਮੁੜ ਗਏ। ਜਿਹੜੇ ਫਿਰ ਪੱਕੇ ਤੌਰ ਤੇ ਸਿੰਘ ਸੀ ਨਾ, ਉਹਨਾਂ ਦੀ ਗਿਣਤੀ 48 ਹੈ। ਉਹਨਾਂ 48 ਦਾ ਨਾਮ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਤਖਤ ਤੇ ਜਾਓ ਤੇ ਉਹਨਾਂ ਦੀ ਪੂਰੀ ਲਿਸਟ ਲੱਗੀ ਹੋਈ ਹੈ। ਇਹ ਕਾਰਜ ਮਹਾਰਾਜ ਸਾਹਿਬ ਜੀ ਨੇ ਫਿਰ ਕੱਤਕ ਸੁਦੀ ਪੂਰਨਮਾਸ਼ੀ ਤੋਂ ਆਰੰਭ ਕਰਕੇ 23 ਸਾਵਣ 1763 ਬਿਕਰਮੀ ਸੰਮਤ, ਕਿਉਂਕਿ 1762 ਦੇ ਸ਼ੁਰੂ ਹੋਏ ਨਾ, ਸਾਲ ਨਹੀਂ ਪੂਰਾ ਲਾਇਆ ਮਹਾਰਾਜ ਨੇ। ਸਮਰੱਥ ਹੈ ਗੁਰੂ। ਆਪਣੀ ਰਸਨਾ ਤੋਂ ਕੰਠੋਂ ਮਹਾਰਾਜ ਸਾਹਿਬ ਨੇ ਬਾਣੀ ਉਚਾਰਨ ਸ਼ੁਰੂ ਕੀਤੀ ਤੇ ਉਹਨਾਂ 'ਚ 48 ਸਿੰਘ ਜਿਹੜੇ ਸੀ, ਤੇ ਉਹਨਾਂ 48 ਸਿੰਘਾਂ ਦੇ ਵਿੱਚ ਬੜੇ ਬੜੇ ਨਾਮੀ ਜਿਹੜੇ ਗੁਰੂ ਕੇ ਸਿੱਖ ਸੀ, ਉਹ ਸਾਰੇ ਚਲੋ ਉਹਨਾਂ ਦੇ ਨਾਮ ਵੀ ਮੈਂ ਸੁਣਾ ਦੇਣਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਉੱਥੇ ਇੱਕ ਤਾਂ 30 ਰਾਗਾਂ ਦੇ ਵਿੱਚ ਬਾਣੀ ਸੀ ਗੁਰੂ ਗ੍ਰੰਥ ਸਾਹਿਬ ਦੀ, ਜਿਹੜੀ ਪਹਿਲੀ ਸੀ ਉਹ 30 ਰਾਗਾਂ ਦੇ ਵਿੱਚ ਸੀ ਬਾਣੀ। ਤੇ ਸ੍ਰੀ ਰਾਗ ਮਾਝ ਗੌੜੀ ਆਸਾ ਗੁਜਰੀ ਗੰਧਾਰੀ ਬਿਹਾਗੜਾ ਬੜਹੰਸ ਸੋਟ ਧਨਾਸਰੀ ਜੈਤਸਰੀ ਟੋਡੀ ਬੈਰਾੜੀ ਤਿਲੰਗ ਸੂਹੀ ਬਿਲਾਵਲ ਗੋਂਡ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਕਾਨਰਾ ਕਲਿਆਣ ਭਬਾਤੀ। ਤੇ ਇਹ ਇੱਥੇ ਤੱਕ 30 ਰਾਗ ਹੋ ਗਏ। ਤੇ ਫਿਰ ਮਹਾਰਾਜ ਸਾਹਿਬ ਨੇ ਜੈ ਜੈਵੰਤੀ, ਇਹ ਜਿਹੜਾ ਜੈ ਜੈਵੰਤੀ ਰਾਗ ਹੈ ਇਹ ਫਿਰ 31ਵਾਂ ਰਾਗ ਹੈ। ਇਹ ਕਰਤਾਰਪੁਰ ਵਾਲੇ ਸਰੂਪ ਦੇ ਵਿੱਚ ਤਾਂ ਹੈ 30, ਤੇ ਦਮਦਮੀ ਬੀੜ ਦੇ ਵਿੱਚ ਫਿਰ 31 ਰਾਗ ਜੈ ਜੈਵੰਤੀ ਰਾਜ ਗੁਰੂ ਸਾਹਿਬ ਜੀ ਦੀ ਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੋਈ। ਤੇ 115 ਸ਼ਬਦ, ਜਿਹਦੇ ਵਿੱਚ ਸ਼ਬਦ ਵੀ ਤੇ ਸ਼ਲੋਕ ਵੀ, ਇਹ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਜਿਹਨੂੰ ਕੰਠੋਂ ਬਾਣੀ ਉਚਾਰਨ ਕੀਤੀ ਹੈ, ਉਹ ਬਾਣੀ ਫਿਰ ਨਾਲ ਮਹਾਰਾਜ ਸਾਹਿਬ ਦੇ ਭੋਗ ਦੇ ਸ਼ਲੋਕ ਦਰਜ ਕੀਤੇ। ਇੱਕ ਸ਼ਬਦ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋ ਤੋ ਪਾਏ, ਕਹੋ ਨਾਨਕਾ ਓਟ ਹਰ ਗਜ ਜੂ ਹੋ ਸਹਾਏ। ਇਹ ਉੱਤਰ ਦਿੱਤਾ ਸੀ ਅਨੰਦਪੁਰ ਸਾਹਿਬ ਤੋਂ। ਉਹ ਸਾਰੀ 9ਵੇਂ ਮਹੱਲੇ ਦੇ ਸ਼ਲੋਕਾਂ ਚ ਆਊਗੀ ਅਸਲ ਦੇ ਵਿੱਚ ਇਹ ਕਥਾ। ਮਹਾਰਾਜ ਨੇ ਉੱਤਰ ਦਿੱਤਾ ਸੀ ਤੇ ਮਹਾਰਾਜ ਤੁਸੀਂ ਐਵੇਂ ਕਹਿ ਦਿੱਤਾ ਵੀ ਬਲ ਛੁੱਟ ਕੇ, ਬਲ ਹੋਆ ਬੰਧਨ ਛੁੱਟੇ ਸਭ ਕੁਝ ਹੋ ਤੋ ਪਾਏ, ਨਾਨਕ ਸਭ ਕੁਝ ਤੁਮਰੇ ਹੱਥ ਮੇਂ ਤੁਮ ਹੀ ਉਤਸਾਏ। ਇਹ ਉੱਤਰ ਹੈ। ਤੇ ਮੂਹਰੇ ਪੁਰਾਣੀਆਂ ਬੀੜਾਂ 'ਚ ਪਾਤਸ਼ਾਹੀ 10ਵੀਂ ਤੇ ਮਹੱਲਾ 10ਵਾਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਦੀਆਂ ਬੀੜਾਂ ਦੇ ਵਿੱਚ ਐਸਾ ਵੀ ਲਿਖਦਾ, ਜਿਹੜੇ ਕਹਿੰਦੇ ਨੇ ਫਿਰ ਜੇ ਮਹਾਰਾਜ ਦੀ ਬਾਣੀ ਸੀ ਤੇ ਫਿਰ ਇਹਦੇ 'ਚ ਮਹੱਲਾ ਕਿਉਂ ਨਹੀਂ ਹੈ? ਉਹ ਹੈਗਾ ਸੀ। ਤੇ ਬਾਅਦ ਵਿੱਚ ਬੀੜਾਂ ਦੇ ਵਿੱਚ ਕਿੱਥੋਂ ਲਿਖਾਰੀਆਂ ਤੇ ਕਿਵੇਂ ਰਿਹਾ, ਇਹਨਾਂ ਗੱਲਾਂ 'ਚ ਆਪਾਂ ਨੂੰ ਬਹੁਤਾ ਪੈਣ ਦੀ ਲੋੜ ਨਹੀਂ। ਕਹਿਣ ਤੋਂ ਭਾਵ 31 ਰਾਗ ਸੰਪੂਰਨ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲਾਂ ਤੋਂ ਉਸ ਧਰਤੀ ਨੂੰ ਵਰ ਦਿੱਤੇ। ਉਹ ਧਰਤੀ ਦੀ ਮਹਾਨਤਾ ਤੇ ਰਤਨ ਸਿੰਘ ਭੰਗੂ ਹੈ ਜਿਨ੍ਹਾਂ ਨੇ ਪੰਥ ਪ੍ਰਕਾਸ਼ ਨੂੰ, ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਆ, ਪੰਥ ਦੇ ਵਿੱਚ ਬੜੀ ਇਸ ਗ੍ਰੰਥੀ, ਉਹਦੇ 'ਚ ਉਹਨਾਂ ਨੇ ਉਚਾਰਨ ਕੀਤਾ, ਕਹਿੰਦੇ ਇਹ ਹੈ ਪ੍ਰਗਟ ਹਮਾਰੀ ਕੰਸੀ। ਦੇਖੋ ਕਿੱਡਾ ਵੱਡਾ ਮਾਣ ਹੈ। ਕਹਿੰਦੇ ਉਹ ਪੰਡਤਾਂ ਦੀ ਕੰਸੀ ਸੀ ਜਿਹੜੀ ਗੰਗਾ ਦੇ ਕਿਨਾਰੇ ਬਨਾਰਸ ਦੇ ਵਿੱਚ, ਕਹਿੰਦੇ ਇਹ ਪ੍ਰਗਟ ਹੋਈ ਹੈ ਸਾਡੀ ਆਪਣੀ ਗੁਰੂ ਕੀ ਕੰਸੀ। ਇਹਨੂੰ ਹੁਣ ਤਾਂ ਗੁਰੂ ਕੀ ਕੰਸੀ ਪ੍ਰਗਟ ਇਹ ਹੈ ਹਮਾਰੀ ਕੰਸੀ, ਪੜਾ ਹੈ ਇਹਾਂ ਢੋਰ ਮਤ ਰਾਸੀ। ਕਹਿੰਦੇ ਇੱਥੇ ਤਾਂ ਬੈਲ ਬੁੱਧੀ ਵਾਲੇ ਵੀ ਵਿਦਵਾਨ ਬਣ ਗਏ। ਇਹ ਵਰ ਦਿੱਤਾ ਵੈ ਖਾਲਸੇ ਨੂੰ ਮਹਾਰਾਜ ਦਾ, ਜਿਨ੍ਹਾਂ ਦੀ ਬੁੱਧੀ ਨਾ ਕੰਮ ਕਰਦੀ ਹੋਵੇ ਇਹ ਧਰਤੀ ਦਾ ਐਡਾ ਵੱਡਾ ਮਹਾਰਾਜ ਬਾਰੇ। ਕਹਿੰਦੇ ਕੀ ਬਣਨਗੇ? ਲੇਖਕ ਗੁਣੀ ਕਵਿੰਦ ਗਿਆਨੀ, ਲਿਖਾਰੀ ਬਣਨਗੇ, ਬਹੁਤ ਗੁਣਾਂ ਦਾ ਭੰਡਾਰ ਬਣਨਗੇ, ਕਵਿਤਾ ਰਚਨ ਦੀ ਸਮਰੱਥਾ ਹੋਊਗੀ, ਅਰਥਾਂ ਦੇ ਗਿਆਨੀ ਪੈਦਾ ਹੋਣਗੇ। ਬੁੱਧ ਸਿੰਧ ਹੋਇਆ ਇਤਿਆਨੀ। ਕਹਿੰਦੇ ਦਮਦਮਾ ਸਾਹਿਬ ਆ ਕੇ ਅਰਦਾਸ ਕਰਕੇ ਇੱਥੇ ਦੀ ਦਮਦਮੀ ਟਕਸਾਲ ਦੀ ਵਿਦਿਆ ਜਿਹੜੀ ਹੈ, ਕਹਿੰਦੇ ਬੁੱਧ ਸਮੁੰਦਰ ਵਰਗੀ ਹੋ ਜਾਊਗੀ ਜਿਨ੍ਹਾਂ ਦੀ ਬੈਲ ਬੁੱਧ ਹੈ।
ਫਿਰ ਕਹਿੰਦੇ ਨੇ ਤਿਨ ਕੇ ਕਾਰਨ ਕਲਮ ਘੜ ਦੇਤ ਪ੍ਰਗਟ ਹਮ ਡਾਰ ਸਿੱਖ ਸਿਖਾਇਤ ਪੜ੍ਹੇਂਗੇ ਹਮਰੇ ਕਈ ਹਜ਼ਾਰ। ਸਾਡੇ ਤਾਂ ਹਜ਼ਾਰਾਂ ਹੀ ਸਿੱਖ ਪੜ੍ਹਨਗੇ ਗੁਰੂ ਕੀ ਕੰਸੀ। ਤੇ ਫਿਰ ਉੱਥੇ ਫਿਰ ਸਤਿਗੁਰ ਬੈਠ ਸੋ ਦਮਦਮੇ ਲਿਖਣ ਕੜ ਸੁੱਟ ਦੇ। ਕਹਿੰਦੇ ਹਮਰੀ ਕੰਸੀ ਯਹ ਪਈ ਆਈ ਮੂਰਖ ਇਹਾਂ ਪੜ੍ਹੇ। ਕਿੱਡਾ ਵੱਡਾ ਬਰ ਮਹਾਰਾਜ ਦਾ। ਕਹਿੰਦੇ ਇੱਥੇ ਤਾਂ ਮੂਰਖ ਵੀ ਆ ਕੇ ਪੜ੍ਹਨਗੇ। ਮਹਾਰਾਜ ਸਾਹਿਬ ਜੀ ਦੇ ਤਲਵੰਡੀ ਦੇ ਉੱਤੇ ਕਿੰਨਾ ਚਿਰ ਮਹਾਰਾਜ ਰਹੇ, ਕਿੰਨੀ ਦੇਰ ਤੱਕ ਇਹ ਬਾਣੀ ਜਿਹੜੀ ਹੈ ਸਤਿਗੁਰਾਂ ਨੇ ਉਚਾਰਨ ਕੀਤੀ। ਤੇ ਸਿਸਟਮ ਇਹ ਬਣਾਇਆ ਵੀ ਅੰਮ੍ਰਿਤ ਵੇਲੇ ਪਹਿਲਾਂ ਬਾਣੀ ਉਚਾਰਦੇ, ਬਾਣੀ ਉਚਾਰ ਕੇ ਉਹ ਭਾਈ ਸਾਹਿਬ ਜੀ ਲਿਖ ਲੈਂਦੇ, ਭਾਈ ਮਨੀ ਸਿੰਘ ਜੀ। ਫਿਰ ਉਸੇ ਬਾਣੀ ਦੀ ਸਤਿਗੁਰੂ ਜੀ ਕਥਾ ਆਪ ਕਰਦੇ ਤੇ ਤੀਸਰੇ ਪਹਿਰ ਉਹਦੀ ਕਥਾ ਕੀਤੀ ਜਾਂਦੀ ਸੀ ਉਸ ਵੇਲੇ। ਮਹਾਰਾਜ ਸਾਹਿਬ ਜੀ ਨੇ ਫਿਰ ਬਾਅਦ ਦੇ ਵਿੱਚ ਮਰਜ਼ਾਦਾ ਮੰਨੀ ਭਾਈ ਉਸ ਤਰ੍ਹਾਂ ਇਹਦਾ ਕੋਈ ਵਹਿਮ ਨਹੀਂ ਕਰਨਾ। ਜਿਵੇਂ ਅਸੀਂ ਅੰਮ੍ਰਿਤ ਵੇਲੇ ਬਾਣੀ ਉਚਾਰਨ ਕੀਤੀ ਹੈ, ਅੰਮ੍ਰਿਤ ਵੇਲੇ ਮਨ ਇਕਾਗਰ ਹੁੰਦਾ ਜ਼ਿਆਦਾ। ਗੁਰਬਾਣੀ ਦੀ ਕਥਾ ਅੰਮ੍ਰਿਤ ਵੇਲੇ ਕੀਤੀ ਹੈ, ਇਤਿਹਾਸ ਦੀ ਸ਼ਾਮ ਨੂੰ ਕੀਤੀ ਜਾਏ। ਪਰ ਉਸ ਵੇਲੇ ਸਮਾਂ ਇਸ ਤਰ੍ਹਾਂ ਦਾ ਸੀ, ਮਹਾਰਾਜ ਨੇ ਦੱਖਣ ਵਾਲੇ ਪਾਸੇ ਜਾਣਾ ਸੀ, ਬਾਕੀ ਦੇ ਚੋਜ ਕਰਨੇ ਸੀ। ਤੇ ਮਹਾਰਾਜ ਸਾਹਿਬ ਜੀ ਅੰਮ੍ਰਿਤ ਵੇਲੇ ਬਾਣੀ ਉਚਾਰਦੇ, ਤੀਸਰੇ ਪਹਿਰ ਫੇਰ ਕਥਾ ਆਪਣੀ ਰਸਨਾ ਤੋਂ ਉਚਾਰਨ ਕਰਦੇ। ਤੇ ਉਹਦੇ ਬੜੇ ਸਬੂਤ ਮਿਲਦੇ ਨੇ। 9 ਮਹੀਨੇ ਤੇ 9 ਦਿਨ ਹੈ ਤਲਵੰਡੀ ਰੱਖੇ ਮੁਕਾਮ। ਮੁਕਾਮ ਹੁੰਦਾ ਇਸ ਦੀ ਜਿੱਥੇ ਨਾ ਟਿਕਾਣਾ ਹੋਵੇ। ਫਿਰ ਡੇਰਾ ਤੋਰਾ ਰੁੱਖ ਦੱਖਣ ਛੱਡ ਤੁਰਕਣ ਵੱਡ ਥਾਂ। ਉਦੋਂ ਬਾਅਦ ਦਮਦਮੇ ਸਾਹਿਬ ਤੋਂ ਮਹਾਰਾਜ ਸਾਹਿਬ ਨੇ ਅੱਗੇ ਰੁੱਖ ਕੀਤਾ। ਇਹਦੇ ਵਿੱਚ ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਇੱਕ ਪਾਵਨ ਬਚਨ ਹੈ ਵੀ ਸਿੱਖਾਂ ਨੇ ਜਦੋਂ ਬੇਨਤੀ ਕੀਤੀ, ਸਵਈਏ 'ਚ ਸਾਰੀ ਗੱਲ ਕਹੀ ਹੋਈ ਹੈ। ਸੁਣ ਕੇ ਹਮ ਤਾਹੇ ਕੇ ਬੈਨਨ ਕੋ ਦਮਦਮਾ ਸੋ ਮਾਲਵੇ ਬੀਚ ਸਵਾਰੋਂ। ਟਿਕ ਤਾਹੀ ਤਲਵੰਡੀ ਕੇ ਕਾਂਸੀ ਰੇ ਚੋਂ ਜੈ ਬੈਲ ਪੜੈ ਹੋਏ ਬੁੱਧ ਅਦਾਰੋ। ਇਹ ਗ੍ਰੰਥ ਉਚਾਰ ਕਰੋ। ਕਹਿੰਦੇ ਇਹ ਗ੍ਰੰਥ ਗੁਰੂ ਗ੍ਰੰਥ ਸਾਹਿਬ, ਇਹ ਗ੍ਰੰਥ ਉਚਾਰ ਕਰੋ ਤੇ ਬੈਠ ਕੇ ਬੀੜ ਸੋਊ ਜਗ ਮਹਿ ਬਿਥਾਰੋ। ਕਹਿੰਦੇ ਧੀਰ ਮਲ ਨੂੰ ਇਹ ਦੱਸ ਦਿਓ ਭਾਈ ਵੀ ਜਿਹੜੀ ਬੀੜ, ਫਿਰ ਹੁਣ ਤੈਂ ਜਵਾਬ ਦੇ ਦਿੱਤਾ ਸੀ ਨਾ, ਕਹਿੰਦੇ ਚੰਗਾ ਹੀ ਕੀਤਾ ਹੈ, ਭਲਾ ਕਰ ਦਿੱਤਾ ਜਵਾਬ ਦੇ ਕੇ। ਕਹਿੰਦੇ ਜਿਹੜੀ ਬੀੜ ਹੁਣ ਅਸੀਂ ਉਚਾਰਨ ਕੀਤੀ ਹੈ, ਸੰਸਾਰ ਦੇ ਕੋਨੇ-ਕੋਨੇ ਵਿੱਚ ਇਹ ਬੀੜ ਜਾਊਗੀ। ਹੁਣ ਬੀੜ ਹੋਈ ਜਗ ਮਹਿ ਬਿਥਾਰੋਂ। ਨਾਲ ਇੱਕ ਅਛਰ ਏਕਾ ਭੇਦ ਤੁਰੋ ਨਹਿ ਮਮ ਦਾਸ ਗੁਰੂ ਸਮਰੱਥ ਵਿਚਾਰੋ। ਦੇਖੋ ਨਿਮਰਤੀ ਮਹਾਰਾਜ ਦੀ ਕਿੰਨੀ ਨਿਮਰਤਾ ਹੈ। ਕਹਿੰਦੇ ਗੁਰੂ ਨਾਨਕ ਹੀ ਸਮਰੱਥ ਹੈ ਭਾਈ। ਕਹਿੰਦੇ ਮੈਂ ਤਾਂ ਦਾਸ ਹੀ ਹਾਂ ਗੁਰੂ ਨਾਨਕ ਦਾ। ਇਹ ਕਹਿੰਦੇ ਵਿਚਾਰ ਲਓ ਵੀ, ਪਰ ਮੈਂ ਸਿਧਾਂਤਕ ਤੌਰ ਤੇ ਕਿਸੇ ਅੱਖਰ ਦਾ ਫਰਕ ਨਹੀਂ ਪਾਇਆ। ਸਿਧਾਂਤਕ ਤੌਰ ਤੇ ਕੋਈ ਸਿਧਾਂਤ ਨਹੀਂ ਬਦਲਿਆ। ਤੇ ਲਿਖਾਰੀਆਂ ਦੇ ਨਾਲ ਜਦੋਂ ਲਿਖਾਰੀ ਬਦਲਦਾ ਨਾ, ਤਾਂ ਫਿਰ ਉਹਦੇ ਕਿਤੇ ਨਾ ਕਿਤੇ ਔਂਕੜ ਸਿਹਾਰੀ ਜਾਂ ਥੋੜਾ ਬਹੁਤ ਅੱਖਰ ਦਾ ਕੋਈ ਅੰਤਰ ਆ ਜਾਣਾ, ਇਹ ਲਿਖਾਰੀਆਂ ਦਾ। ਪਰ ਗੁਰੂ ਵੱਲੋਂ ਉਚਾਰਨ ਦੇ ਵਿੱਚ ਕੋਈ ਅੱਖਰ ਦਾ ਭੇਦ ਨਹੀਂ ਸੀ। ਤੇ ਗੁਰੂ ਕਿਰਪਾ ਕਰੇ। ਤੋ ਇਸ ਕਰਕੇ ਫਿਰ ਜਿਹੜੇ ਮਹਾਰਾਜ ਸਾਹਿਬ ਜੀ ਨੇ 48 ਜਿਹੜੇ ਸਿੰਘ ਸੀ ਕਥਾ ਆਰੰਭ ਕੀਤੀ। ਤੇ ਕਥਾ ਸੁਣਨ ਵੇਲੇ ਜਿਹੜੇ ਸੀ, ਜਿਨ੍ਹਾਂ ਨੇ ਸੰਕਲਪ ਲਿਆ ਕਿ ਮਹਾਰਾਜ ਅਸੀਂ ਕਥਾ 'ਚ ਨਾਂਗਾ ਨਹੀਂ ਪਾਵਾਂਗੇ, ਵੀ ਅਸੀਂ ਹਰ ਰੋਜ਼ ਸੁਣਾਂਗੇ। ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਹੜੇ ਬਿਨਾਂ ਸੀਸ ਤੋਂ ਉਹਨਾਂ ਦਾ ਧੜ ਲੜਿਆ, ਕਿਤੇ ਛੋਟੀ ਜਿਹੀ ਗੱਲ। ਤੇ ਦਮਦਮੀ ਟਕਸਾਲ ਜਿਹੜੀ ਸੰਪਰਦਾਇ ਦੇ ਪਹਿਲੇ ਜਥੇਦਾਰ ਵੀ ਬਾਬਾ ਦੀਪ ਸਿੰਘ ਸਾਹਿਬ, ਤੇ ਦੂਸਰੇ ਭਾਈ ਮਨੀ ਸਿੰਘ ਸਾਹਿਬ। ਤੇ ਇਹ ਭਾਈ ਮਨੀ ਸਿੰਘ ਸਾਹਿਬ ਜੀ ਜਿਹੜੇ ਨੇ, ਲੌਂਗੋਵਾਲ ਪਿੰਡ ਹੈ ਇਹਨਾਂ ਦਾ, ਸੰਗਰੂਰ ਦੇ ਕੋਲ ਪੈਂਦਾ ਹੈ। ਤੇ ਭਾਈ ਸਾਹਿਬ ਜੀ ਦਾ ਜਨਮ ਇੱਥੋਂ ਸੀ। ਤੇ ਇਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਹੁਕਮ ਕਰਕੇ ਹਰਿਮੰਦਰ ਸਾਹਿਬ ਦੇ ਜਿਵੇਂ ਮੁੱਖ ਗ੍ਰੰਥੀ ਕਦੋਂ ਕਿਵੇਂ, ਉਹ ਆਪਾਂ ਬਾਅਦ 'ਚ ਕਰਦੇ ਹਾਂ ਗੱਲ। ਕਹਿਣ ਤੋਂ ਬਾਅਦ ਵੀ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਤੇ ਇੱਕ ਫਿਰ ਗਿਆਨੀ ਕਾਹਨ ਸਿੰਘ ਜੀ ਹੋਏ ਨੇ, ਤੇ ਗਿਆਨੀ ਵਿਨੋਦ ਸਿੰਘ ਜੀ ਹੋਏ, ਗਿਆਨੀ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨ੍ਹਾਂ ਦਾ ਅਕਾਲ ਤਖਤ ਦੇ ਪਿਛਲੇ ਪਾਸੇ ਬੁੰਗਾ 30,000 ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਸ਼ਹੀਦ ਹੋਏ ਸੀ। ਤੇ ਭਾਈ ਰਾਮ ਕੌਰ ਜੀ, ਗੁਰਬਖਸ਼ ਸਿੰਘ ਬਾਬਾ ਬੁੱਢਾ ਸਾਹਿਬ ਦੀ ਵੰਸ਼ੋਂ, ਗਿਆਨੀ ਦਾਨ ਸਿੰਘ ਜੀ ਮਲਵਈਆਂ ਦੀ ਰੱਖਣ ਵਾਲੇ, ਭਾਈ ਪਰਮ ਸਿੰਘ ਜੀ, ਇਹਨਾਂ ਦਾ ਬੜਾ ਨਾਮ ਹੁੰਦਾ ਹੈ, ਭਾਈ ਧਰਮ ਸਿੰਘ ਜੀ,
ਇਹ ਰੂਪਚੰਦ ਦੀ ਬੰਸ ਦੇ ਚ ਉਹਨਾਂ ਦੇ ਪੋਤਰੇ ਲੱਗਦੇ ਸੀ। ਰੂਪੇ ਗ੍ਰਾਮ ਤੋਂ ਆਏ ਵੀ ਦੋਨੇ ਭਰਾ। ਭਾਈ ਸ਼ਮੀਰ ਸਿੰਘ ਜੀ ਦੀਨੇ ਕਾਂਗੜ ਤੋਂ, ਭਾਈ ਦਇਆ ਸਿੰਘ ਜੀ ਜੀਂਦ ਨਿਵਾਸੀ, ਭਾਈ ਜੀਵਾ ਸਿੰਘ ਜੀ ਬਠਿੰਡੇ ਤੋਂ ਸੀ, ਭਾਈ ਪਿਆਰਾ ਸਿੰਘ ਜੀ ਅੰਮ੍ਰਿਤਸਰ ਤੋਂ ਸੀ, ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ। ਇਹ ਰੰਗਰੇਟੇ ਜਿਹੜੇ ਦਸਤਾਰ ਸਜਾਉਂਦੇ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਨੱਠ ਕੇ ਆਏ ਸੀ, ਵੀਰ ਸਿੰਘ ਧੀਰ ਸਿੰਘ ਦੋਨੇ ਉਹਨਾਂ ਦਾ। ਭਾਈ ਵੀਰ ਸਿੰਘ ਧੀਰ ਸਿੰਘ ਰੰਗਰੇਟੇ ਸੀ। ਭਾਈ ਸੁੰਦਰ ਸਿੰਘ ਜੀ ਧਰਮਕੋਟ ਤੋਂ ਸੀ, ਭਾਈ ਅਮਰ ਸਿੰਘ ਜੀ ਮੀਰਾਂਕੋਟ ਤੋਂ ਸੀ, ਭਾਈ ਤਾਰਾ ਸਿੰਘ ਜੀ ਇਹ ਦਿੱਲੀ ਤੋਂ ਸੀ, ਤੇ ਭਾਈ ਜਗਜੀਵਨ ਸਿੰਘ ਜੀ ਅੰਬਾਲੇ ਤੋਂ, ਭਾਈ ਗੋਪਾਲ ਸਿੰਘ ਜੀ ਮਨੀ ਮਾਜਰੇ ਤੋਂ, ਆ ਚੰਡੀਗੜ੍ਹ ਦੇ ਕੋਲ ਹੈ, ਭਾਈ ਧਿਆਨ ਸਿੰਘ ਜੀ ਮਾਜਰਾ ਇਹ ਚਮਕੌਰ ਸਾਹਿਬ ਦੇ ਨੇੜੇ ਹੈ, ਭਾਈ ਬਿਸੰਬਰ ਸਿੰਘ ਜੀ ਉਜੈਨਪੁਰੀ ਦੇ ਵਿੱਚੋਂ, ਇਹਨਾਂ ਦਾ ਬੇਟਾ ਭਾਈ ਹਰਗੋਪਾਲ ਸਿੰਘ ਅੰਮ੍ਰਿਤ ਛਕ ਕੇ ਵੀ ਸਿੰਘ ਸਜੇ ਨਾ ਇਹ ਉਜੈਨ ਤੋਂ ਸੀ। ਭਾਈ ਧੰਨਾ ਸਿੰਘ ਜੀ ਕਵੀਰਾਜ ਜਿਨ੍ਹਾਂ ਨੇ ਚੰਦਨ ਕਵੀ ਦਾ ਮਾਣ ਤੋੜਿਆ ਸੀ, ਗੁਰੂ ਕੇ ਕਾਹੀ ਘੋੜਿਆਂ ਨੂੰ ਪੱਠੇ ਪਾਉਣ ਵਾਲੇ, ਤੇ ਇਹ ਵੀ ਵਿਦਿਆਰਥੀਆਂ ਦੇ ਵਿੱਚ। ਭਾਈ ਨੰਦ ਸਿੰਘ ਜੀ, ਇਹਨਾਂ ਦਾ ਨਾਮ ਪਹਿਲਾਂ ਭਾਈ ਨੰਦ ਲਾਲ ਸੀ। ਕਈ ਸ਼ੰਕਾ ਕਰਦੇ ਆ ਨਾ, ਕਹਿੰਦੇ ਜੀ ਇਹ ਸੰਪਰਦਾ ਵਾਲੇ ਕਹਿੰਦੇ ਨੰਦ ਲਾਲ ਹੀ ਨਹੀਂ ਕਹਿੰਦੇ, ਨੰਦ ਭਾਈ ਨੰਦ ਲਾਲ ਸਿੰਘ ਕਹਿਣ ਲੱਗ ਗਏ, ਤੇ ਇਹਨਾਂ ਦਾ ਨਾਮ ਉੱਥੇ ਨੰਦ ਸਿੰਘ, ਤੇ ਇਹ ਇਹਨਾਂ ਨੇ ਗਜ਼ਲਾਂ ਉਚਾਰਨ ਅੰਮ੍ਰਿਤ ਛਕ ਕੇ ਨੰਦ ਸਿੰਘ ਹੋਇਆ ਸੀ। ਇਹਨਾਂ ਦਾ ਲਾਲ ਦੇ ਥਾਂ ਤੇ ਇਹ ਨੰਦ ਸਿੰਘ ਹੋ ਗਿਆ ਸੀ, ਤੇ ਪ੍ਰਚਲਿਤ ਨਾ ਹੋਣ ਕਰਕੇ ਹੁਣ ਤੱਕ ਉਹੀ ਕਹੀ ਜਾਂਦੇ। ਤੋ ਇਸ ਕਰਕੇ ਫਿਰ ਭਾਈ ਮਾਨ ਸਿੰਘ ਜੀ ਹੋਏ ਨੇ, ਮਹਾਰਾਜ ਨੂੰ ਚੌਰ ਕਰਦੇ ਹੁੰਦੇ ਸੀ, ਤੇ ਭਾਈ ਮਾਨ ਸਿੰਘ ਦਾ ਅੱਗੇ ਹੀ ਸ਼ਿਸ਼ ਹੋਇਆ ਪੰਡਤ ਗੁਲਾਬ ਸਿੰਘ ਜੀ ਨੇ ਪ੍ਰਬੋਧ ਚੰਦਰ ਨਾਟਕ ਕਈ ਗ੍ਰੰਥ ਜਿਹੜੇ ਰਚੇ ਨੇ, ਤੇ ਇਹ ਭਾਈ ਮਾਨ ਸਿੰਘ ਚੌਰਦਾਰੀ। ਭਾਈ ਰਾਏ ਸਿੰਘ ਜੀ ਰਾਮਪੁਰ ਤੋਂ ਸੀ, ਭਾਈ ਮੱਖਣ ਸਿੰਘ ਜੀ ਨਾਭੇ ਤੋਂ, ਭਾਈ ਮਦਨ ਸਿੰਘ ਜੀ ਐਤੀਆਣਾ ਜਿਹੜਾ ਹੈ, ਭਾਈ ਧਰਮ ਸਿੰਘ ਜੀ ਪਿੰਡ ਭਿੰਡਰ ਜ਼ਿਲ੍ਹਾ ਫਿਰੋਜ਼ਪੁਰ ਇਹ ਭਿੰਡਰਾਂ ਤੋਂ ਸੀ, ਭਾਈ ਸੁਜਾਨ ਸਿੰਘ ਜੀ ਰੋਪੜ ਤੋਂ ਸੀ, ਭਾਈ ਜੀਵਨ ਸਿੰਘ ਜੀ ਬੋਪਾ ਰਾਏ ਇਸ ਪਿੰਡ ਤੋਂ, ਭਾਈ ਅਕਾਲ ਸਿੰਘ ਜੀ ਪਿੰਡ ਅਖਾੜਾ ਇਹ ਜ਼ਿਲ੍ਹਾ ਲੁਧਿਆਣੇ 'ਚ ਜਿੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦਾ ਜਨਮ ਹੋਇਆ, ਭਾਈ ਪ੍ਰਤਪਾਲ ਸਿੰਘ ਜੀ ਰਾਵਲਪਿੰਡੀ ਤੋਂ, ਭਾਈ ਦਿਆਲ ਸਿੰਘ ਜੀ ਗੋਇੰਦਵਾਲ ਤੋਂ, ਭਾਈ ਬਖਤਾਵਰ ਸਿੰਘ ਜੀ ਸੋਢੀ ਅਨੰਦਪੁਰ ਸਾਹਿਬ, ਭਾਈ ਦੇਵਾ ਸਿੰਘ ਜੀ ਤਰਨਤਾਰਨ ਸਾਹਿਬ, ਤੇ ਭਾਈ ਮੇਵਾ ਸਿੰਘ ਜੀ ਖੰਡੂਰ ਸਾਹਿਬ ਤੋਂ, ਭਾਈ ਧਿਆਨ ਸਿੰਘ ਜੀ ਨਨਕਾਣਾ ਸਾਹਿਬ ਤੋਂ, ਭਾਈ ਅਚਲ ਸਿੰਘ ਜੀ ਗੁਰੂ ਕੀ ਕਾਂਸ਼ੀ ਤਲਵੰਡੀ ਸਾਬੋਂ ਕੀ, ਭਾਈ ਜੈ ਸਿੰਘ ਜੀ ਇਹ ਜੈ ਸਿੰਘ ਜਿਹੜਾ ਸੀ ਸਵਾਈ ਮਹਾਰਾਜਾ ਜੈਪੁਰ ਰਾਜਸਥਾਨ ਤੋਂ ਸੀ। ਇਹ ਗੁਰੂ ਘਰ ਦਾ ਬਹੁਤ ਪ੍ਰੇਮੀ ਰਿਹਾ, ਤੇ ਇਸ ਕਰਕੇ ਉਮਰ ਉਸ ਵੇਲੇ ਇਹਦੀ ਕੋਈ ਬਹੁਤੀ ਵੱਡੀ ਚੜ੍ਹਦੀ ਉਮਰ 'ਚ ਇਹਨੂੰ ਗੱਦੀ ਮਿਲੀ ਸੀ। ਇਹ ਵੀ ਪੜ੍ਹਨ ਵਾਸਤੇ ਗੁਰੂ ਸਾਹਿਬ ਦੀ ਹੋਈ, ਜੈਪੁਰ ਦਾ ਰਾਜਾ ਜਿਹੜਾ ਸੀ, ਤੇ ਇਹ ਰਾਜਾ ਜੈ ਸਿੰਘ ਸਵਾਈ ਮਹਾਰਾਜਾ ਜੈਪੁਰ ਰਾਜਸਥਾਨ ਤੋਂ। ਇੱਕ ਫਿਰ ਮਹਾਰਾਜਾ ਬਿਸ਼ਨ ਸਿੰਘ ਹੋਇਆ ਹੈ, ਇਹ ਜੋਧਪੁਰ ਦਾ ਰਾਜਾ ਸੀ ਰਾਜਸਥਾਨ ਤੋਂ। ਦੋ ਰਾਜੇ ਜਿਹੜੇ ਸੀ ਇਹ ਵੀ ਦੇਖ ਲਓ ਉਸ ਸਥਾਨ ਤੋਂ ਰਾਜਸਥਾਨ ਤੋਂ ਪੜ੍ਹਨ ਵਾਸਤੇ ਆਏ। ਭਾਈ ਭਾਗ ਸਿੰਘ ਜੀ ਅਨੰਦਪੁਰ ਸਾਹਿਬ ਤੋਂ, ਭਾਈ ਵਸਾਵਾ ਸਿੰਘ ਜੀ ਚੋਲਾ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ, ਭਾਈ ਕਨਈਆ ਸਿੰਘ ਜੀ ਤਖਤੂਪੁਰੋਂ ਤੋਂ ਸੀ, ਭਾਈ ਰਾਮ ਸਿੰਘ ਜੀ ਇਹ ਮਹਾਰਾਜਾ ਨਾਭਾ ਪਟਿਆਲਾ ਜੀਂਦ ਇਹਨਾਂ ਦੇ ਬਟਕੇ ਸੀ ਜਿਹੜੇ ਬਾਅਦ ਦੇ ਵਿੱਚ ਰਾਜ ਮਿਲਿਆ ਇਹਨਾਂ ਨੂੰ, ਭਾਈ ਤਲੋਕ ਸਿੰਘ ਜੀ ਇਹ ਜਿਹੜਾ ਫੂਲ ਵੰਸ਼ ਹੈ ਜਿਹਦੇ ਤੋਂ ਮਹਾਰਾਜਾ ਪਟਿਆਲਾ ਇਹ ਸਾਰੀ ਵੰਸ਼ ਚੱਲੀ ਆ ਰਹੀ ਹੈ, ਇਹਨਾਂ ਦੇ ਵੱਡੇ ਦਾ ਨਾਮ ਸੀ ਤਲੋਕ ਸਿੰਘ, ਉਹ ਵੀ ਮਹਾਰਾਜ। ਭਾਈ ਮਲਿਆਗਰ ਸਿੰਘ ਜੀ ਇਹ ਹੋਇਆ ਸੰਤੋਖੀ ਸਿੰਘ ਜਿਹਨੇ ਬਹੁਤ ਸਾਦਾ ਭੋਜਨ ਛਕ ਕੇ ਵੀ ਕਿਹਾ ਸੀ ਵੀ ਬਹੁਤ ਪਦਾਰਥ ਚੰਗੇ ਮਿਲੇ। ਇਹ 48 ਸਿੰਘ ਹੋ ਗਏ ਇੱਥੋਂ ਤੱਕ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਇੱਥੇ ਇਹ ਫਿਰ ਵਿਦਿਆ ਦਾ ਕੇਂਦਰ ਸਥਾਪਨ ਕਰਕੇ ਗੁਰੂ ਕੀ ਕਾਂਸੀ ਦਾ ਵਰਦਾਨ ਦਿੱਤਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਕਥਾ ਆਰੰਭ ਕੀਤੀ ਦੇਖਿਆ ਵੀ ਇਹ ਸਿੰਘ ਤਾਂ ਬਿਰਤੀ ਇੰਨੀ ਚੜ੍ਹਦੀ ਜਾ ਰਹੀ ਹੈ, ਇਹ ਜਿਹਾ ਬਿਰਤੀ ਦੇ ਚ ਗੂੜ ਹੋ ਜਾਣਗੇ ਤੇ ਅੱਗੇ ਪੜਾਉਣਾ ਕਿਸੇ ਨੇ ਇਹਨੂੰ, ਇਹ ਤਾਂ ਬ੍ਰਹਮ ਗਿਆਨ ਚ ਆਪ ਤਾਂ ਗੁਰੂ ਚ ਹੋ ਜਾਣਗੇ। ਤੇ ਬਹੁਤ ਸਾਰੇ ਸਿੰਘ ਦੀ ਇਸ ਤਰ੍ਹਾਂ ਦੀ ਵਧੇ ਮੁਕਤੀ ਦਾ ਹਿਸਾਬ ਕਿਤਾਬ ਦੇਖਿਆ ਤਾਂ ਮਹਾਰਾਜ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਨੂੰ ਕਿਹਾ ਕਿ ਜਿਹੜੇ ਅਰਥ ਮੈਂ ਤੁਹਾਨੂੰ ਪੜ੍ਹਾ ਰਿਹਾ ਇਹ ਗੁਰੂ ਦੇ ਬਰ ਨਾਲ ਤੁਹਾਨੂੰ ਜਵਾਨੀ ਕੰਠ ਹੋ ਜਾਣਗੇ, ਤੁਹਾਡੇ ਤੇ ਕਿਰਪਾ ਰਹੂਗੀ, ਭੁੱਲਣਗੇ ਨਹੀਂ। ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਫਿਰ ਇੱਕ ਬੇਜ਼ਬਾਨ ਬੰਦਾ ਪੰਜੋਖਰੇ ਸਾਹਿਬ ਗੀਤਾ ਦੀ ਕਥਾ ਕਰ ਸਕਦੇ, ਤਾਂ ਗੁਰੂ ਸਮਰੱਥ ਹੈ। ਤੇ ਤੁਸੀਂ ਅੱਗੇ ਪੰਥ ਖਾਲਸੇ 'ਚ ਤੇ ਜਿਹੜਾ ਵਿਦਿਆ ਦਾ ਸੋਮਾ ਫੁੱਟਿਆ ਨਾ ਇਹ ਹੁਣ ਇਸੇ ਤਰ੍ਹਾਂ ਜਾਰੀ ਰੱਖਿਓ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੰਘਾਂ ਨੇ ਕਿਹਾ ਮੈਂ ਸੱਚੇ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਹੋਏਗਾ।
ਫਿਰ ਭਾਈ ਮਨੀ ਸਿੰਘ ਸਾਹਿਬ, ਤੇ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਚਨ ਕਹੇ ਸੀ, ਕਹਿੰਦੇ ਮਨੀ ਸਿੰਘਾ ਵੀ ਭਾਵੇਂ ਕਿੱਡੀ ਉਹ ਮੁਸੀਬਤ ਆ ਜਾਵੇ, ਤੇਰੀ ਜੀਵਨ ਮੁਕਤੀ 'ਚ ਫਰਕ ਨਹੀਂ ਆਊਗਾ, ਚਾਹੇ ਬੰਦ ਕੱਟ ਦੇਣ ਜਲ। ਮਹਾਰਾਜ ਸਾਹਿਬ ਨੂੰ ਪਤਾ ਸੀ ਵੀ ਐ ਹੋਣਾ। ਭਾਈ ਦੀਪ ਸਿੰਘ ਜੀ ਪਾਏ ਸਿਰ ਧੜ ਵੱਖਰਾ ਹੋ ਜਾਵੇ, ਤੁਹਾਡਾ ਸਿਦਕ ਵੀ ਨਹੀਂ ਪਊਗਾ ਤੇ ਤੁਹਾਡੀ ਅਵਸਥਾ ਨੂੰ ਵੀ ਫਰਕ ਨਹੀਂ ਪਊ। ਤੇ ਜਦੋਂ ਭਾਈ ਮਨੀ ਸਿੰਘ ਸਾਹਿਬ ਤੇ ਪੰਥ ਖਾਲਸੇ ਦੇ ਸਮੇਂ ਮਹਾਰਾਜ ਸਾਹਿਬ ਜੀ ਦੱਖਣ ਪਹੁੰਚੇ, ਮਹਾਰਾਜ ਨੇ ਜਦੋਂ ਭਾਣਾ ਵਰਤਾਉਣਾ ਸੀ ਤੇ ਉਸ ਵੇਲੇ ਭਾਈ ਮਨੀ ਸਿੰਘ ਨੂੰ ਹਜੂਰ ਸਾਹਿਬ ਤੋਂ ਗਰੀਬ ਨਿਵਾਜ ਸਤਿਗੁਰੂ ਨੇ ਕਿਹਾ, ਭਾਈ ਮਨੀ ਸਿੰਘ ਤੁਸੀਂ ਹਰਿਮੰਦਰ ਸਾਹਿਬ ਦੀ ਜਾ ਕੇ ਜ਼ਿੰਮੇਵਾਰੀ ਸੰਭੋ ਹੁਣ, ਤੇ ਉੱਥੇ ਵਿਦਿਆ ਪੜਾਓ ਜੋ ਮੇਰੇ ਤੋਂ ਪੜ੍ਹੀਏ। ਤੇ ਹੁਣ ਤੁਸੀਂ ਪਹਿਲਾਂ ਆਪਣੀ ਮਾਤਾ ਸਾਹਿਬ ਕੌਰ ਦੇ ਨਾਲ ਦਿੱਲੀ ਜਾਓ, ਇਹਨਾਂ ਨੂੰ ਦੂਸਰੇ ਮਹਿਲ ਮਾਤਾ ਸੁੰਦਰ ਕੌਰ ਜੀ, ਅਸੀਂ ਤਾਂ ਮਾਤਾ ਕਰਕੇ ਮਹਾਰਾਜ ਨੇ ਕਿਹਾ ਵੀ ਸੁੰਦਰ ਕੌਰ ਦੇ ਕੋਲ ਦੋਨੇ ਭੈਣਾਂ ਉੱਥੇ ਰਹਿਣਗੀਆਂ, ਮੈਂ ਹੁਣ ਸੱਚਖੰਡ ਜਾਣਾ। ਤੇ ਭਾਈ ਮਨੀ ਸਿੰਘ ਜੀ ਹੰਝੂ ਬਹਾਉਂਦੇ ਮਾਤਾ ਸਾਹਿਬ ਕੌਰ ਸ਼ਸਤਰ ਲੈ ਕੇ ਉਹ ਇੱਥੇ ਆਏ। ਇੱਥੋਂ ਮਾਤਾ ਸੁੰਦਰ ਕੌਰ ਜੀ ਨੇ ਫਿਰ ਸਿੱਖਾਂ ਦੇ ਨਾਂ ਤੇ ਚਿੱਠੀ ਲਿਖ ਕੇ ਭਾਈ ਮਨੀ ਸਿੰਘ ਜੀ, ਗੁਰੂ ਸਾਹਿਬ ਦਾ ਵੀ ਇਹ ਹੁਕਮ ਹੋਇਆ, ਮਾਤਾ ਜੀ ਦੀ ਗਵਾਹੀ ਹੋਈ ਇਸ ਗੱਲ ਦੀ। ਉਹ ਫਿਰ ਆ ਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਹਰਿਮੰਦਰ ਸਾਹਿਬ ਆ ਕੇ ਚਿਰੰਕਾਲ ਤੱਕ ਵਿਦਿਆ ਪੜਾਉਂਦੇ ਰਹੇ। ਵਿਦਿਆ ਇੱਕੋ ਹੀ ਹੈ, ਸੰਪਰਦਾ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਾਲਕਨ ਜੀ ਦੇ। ਤੇ ਭਾਈ ਮਨੀ ਸਿੰਘ ਜੀ ਉਹਨਾਂ ਨੇ ਆ ਕੇ ਵਿਦਿਆ ਦਾ ਸੋਮਾ ਅੱਗੇ ਚੱਲ ਕੇ ਦੋ ਰੂਪਾਂ 'ਚ ਹੋ ਗਿਆ। ਤੇ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜਾ ਕੇ ਵਿਦਿਆ ਪੜਾਉਣ ਲੱਗੇ। ਤੇ ਬਾਬਾ ਦੀਪ ਸਿੰਘ ਜੀ ਨੂੰ ਮਹਾਰਾਜ ਸਾਹਿਬ ਜੀ ਨੇ ਉਸ ਥਾਂ ਤੋਂ ਹੀ ਦੱਖਣ ਦੀ ਧਰਤੀ 'ਚੋਂ ਕਹਿਣ ਲੱਗੇ, ਭਾਈ ਦੀਪ ਸਿੰਘ ਜੀ ਤੁਹਾਡੀ ਡਿਊਟੀ ਸਾਡੇ ਸੱਚਖੰਡ ਜਾਣ ਤੋਂ ਬਾਅਦ ਦਮਦਮਾ ਸਾਹਿਬ ਦੀ, ਤੁਸੀਂ ਉੱਥੇ ਚੱਲ ਕੇ ਜਪ ਤਪ ਵੀ ਕਰੋ, ਸਿੰਘਾਂ ਨੂੰ ਵਿਦਿਆ ਪੜਾਓ। ਇਹ ਫਿਰ ਦਮਦਮੇ ਸਾਹਿਬ ਹੈ ਕਿ ਬਾਬਾ ਦੀਪ ਸਿੰਘ ਦੇ ਕੋਲ ਬਹੁਤ ਸਿੰਘ ਪੜ੍ਹਦੇ ਰਹੇ ਤੇ ਗੁਰੂ ਕਿਰਪਾ ਕਰੇ ਉਸ ਵੇਲੇ ਤੋਂ ਇਹ ਸੀ ਸੰਪਰਦਾ ਪ੍ਰਣਾਲੀਆਂ, ਇਹਨਾਂ ਦੀ ਵਿਚਾਰ ਸੀ ਇਹ। ਤੇ ਇਸ ਤੋਂ ਅੱਗੇ ਫਿਰ ਜਿਹੜੀ ਵਿਚਾਰ ਆਏਗੀ ਤੇ ਉਹ ਸਾਧ ਸੰਗਤ ਜੀ ਅਗਲੀ ਉਹਦੀ ਵਿਚਾਰ ਦੇ ਵਿੱਚ ਆਊਗੀ। ਤੇ ਇੱਥੇ ਸੰਪਰਦਾ